हमरी गणत न गणिया काई, अपना बिरद पछान। हाथ दे राखे कर अपने, सदा सदा रंग मान। साचा साहिब सद मेहरबान, बंद पाया मेरा सतगुर पूरै। होई सर्ब कल्याण। जियो पाए पिंड जिन साजिया, दिता पैनन खान। अपने दास की आप पैज राखी, नानक सद कुर्बान। मुख उच्च रहे शास्त्र खट, पिंग गिरन चढ़ जाए। अंध लखै बदरो सुनै, जो काल कृपा कराए। कहा बुद्ध प्रभ तुच्छ हमारी, बरन सकै महिमा जो तिहारी। हम न सकत कर सिफत तुम्हारी, आप ले हो तुम कथा सुधारी। हम न सकत कर सिफत तुम्हारी, आप ले हो तुम कथा सुधारी। सतनाम श्री वाहेगुरु साहिब जी। सलोक सतपुरख जिन जानिया, सतगुर तिसका नाओ। तिसका सांग सिख उदरै, नानक हर गुण गाओ। सतपुरख जिन जानिया, वाहिगुरु जी का खालसा, वाहिगुरु जी की फतेह। पतित पावन भगत वत्सल, अंतरजामी करुणा निधान गुरु गरीब नवाज, कलयुग के तारण हारे शब्द गुरु साहिब सतगुरु धन धन श्री गुरु ग्रंथ साहिब महाराज सच्चे पातशाह जी दे पावन पवित्र हजूरी अंदर सुभाईमान गुरु खालसा साध संगत जीओ। सतगुरु जी की महान बख्शिश का सदका ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ।
ਆਓ ਸਤ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸਤਿਪੁਰਖ ਜਿਨ ਜਾਣਿਆ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਸੁਖਮਨੀ ਸਾਹਿਬ ਜੀ ਦੀ 18ਵੀਂ ਅਸ਼ਟਪਦੀ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਨੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਸਤ ਸਰੂਪ ਦੀ ਜਾਣਨਾ ਕੀਤਾ ਹੈ, ਤਿੰਨਾਂ ਸਮਿਆਂ ਵਿੱਚ ਸੱਚ ਰਹਿਣ ਵਾਲਾ ਜੋ ਸਤ ਚੇਤਨ ਆਨੰਦ ਸਰੂਪ ਪਰਮਾਤਮਾ ਹੈ, ਜਗਤ ਅੰਦਰ ਦੁਖਦਾਇਕ ਮਾਇਆ ਨੂੰ ਅਸਤ ਔਰ ਅਗਿਆਨ ਤੇ ਦੁੱਖ ਰੂਪ ਜਿਨ੍ਹਾਂ ਨੇ ਜਾਣਨਾ ਕੀਤਾ ਹੈ। ਅਸਤ ਜੜ ਤੇ ਦੁੱਖ ਰੂਪ ਇਹ ਮਾਇਆ ਹੈ, ਸਤ ਸਰੂਪ ਕੇਵਲ ਪਰਮਾਤਮਾ ਜੀ ਦਾ ਹੈ। ਜਿਨ੍ਹਾਂ ਜੀਵਾਂ ਨੇ ਨਿਸ਼ਚੈ ਕਰਕੇ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਸਰੂਪ ਨੂੰ ਜਾਣਿਆ ਹੈ। ਸਤਿਗੁਰ ਤਿਸ ਕਾ ਨਾਉ। ਜਾਣੋ ਕਿ ਤਿੰਨਾਂ ਦਾ ਨਾਮ ਸਤ ਹੈ, ਉਹ ਵੀ ਸਤ ਸਰੂਪ ਦੇ ਵਿੱਚ ਮਿਲ ਗਏ ਹਨ। ਅਥਵਾ ਜਿਨ੍ਹਾਂ ਗਰੀਬ ਨਵਾਜ਼ ਸਤਿਗੁਰੂ ਜੀ ਨੇ ਕੇਵਲ ਪ੍ਰਮਾਤਮਾ ਦੇ ਸਤ ਸਰੂਪ ਨੂੰ ਹੀ ਨਿਸ਼ਚੈ ਕਰਕੇ ਜਾਣਿਆ ਹੈ। ਇੱਕ ਪਰਮੇਸ਼ਰ ਹੈ ਜੋ ਸਦੀਵੀ ਕਾਲ ਲਈ ਰਹਿਣ ਵਾਲਾ ਹੈ। ਨਿਸ਼ਚੈ ਵਾਚਕੋ ਪ੍ਰਮਾਤਮਾ ਨੂੰ ਜਾਣਿਆ। ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਜੀ ਦੇ ਸਰੂਪ ਨੂੰ ਸਤ ਜਾਣਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਤਿੰਨਾਂ ਦਾ ਨਾਮ ਸਤਿਗੁਰੂ ਜੀ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਤਿੰਨਾਂ ਦਾ ਨਾਮ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਔਰ ਪਿਤਾ ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ, ਜਿਨ੍ਹਾਂ ਨੇ ਸਤ ਸਰੂਪ ਦੀ ਪਹਿਚਾਣ ਕੀਤੀ ਹੈ। ਹਰ ਘਟ ਦੇ ਅੰਦਰ ਸਦੀਵੀ ਕਾਲ ਦੇ ਪਰਮਾਤਮਾ ਨੂੰ ਸੱਚਾ ਜਾਣਿਆ। ਸਤਿਗੁਰ ਤਿਸ ਕਾ ਨਾਉ। ਤਿੰਨਾਂ ਦਾ ਨਾਮ ਸੱਚੇ ਗੁਰੂ ਜੀ ਹਨ। ਕਿਉਂਕਿ ਅਧੂਰੇ ਗੁਰੂ ਵੀ ਸੰਸਾਰ ਦੇ ਅੰਦਰ ਬਹੁਤ ਰੰਗਾਂ ਦੇ ਭੇਖ ਬਣਾ ਕੇ ਸੰਸਾਰ ਨੂੰ ਗੁੰਮਰਾਹ ਕਰਦੇ ਪਏ ਹਨ। ਪਰ ਸੱਚੇ ਸਤਿਗੁਰੂ ਜੀ ਦੀ ਇਹ ਨਿਸ਼ਾਨੀ ਹੈ, ਜਿਨ੍ਹਾਂ ਦੀ ਸ਼ਰਨ ਵਿੱਚ ਆਉਣ ਨਾਲ ਹੀ ਹਿਰਦੇ ਅੰਦਰ ਆਨੰਦ ਪ੍ਰਾਪਤ ਹੁੰਦਾ ਹੈ। ਮਨ ਸ਼ਾਂਤ ਹੋ ਜਾਂਦਾ ਹੈ, ਮਨ ਦੀ ਭਟਕਣਾ ਮਿਟ ਜਾਂਦੀ ਹੈ, ਮਨ ਟਿਕਾਓ ਵਿੱਚ ਆਉਣ ਲੱਗ ਪੈਂਦਾ ਹੈ। ਹਜੂਰ ਦਾ ਪਾਵਨ ਮੁਖ ਵਾਕ ਹੈ, ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ। ਮਨ ਕੀ ਦੁਬਿਧਾ ਬਿਨ ਸਜਾਏ ਹਰ ਪਰਮ ਪਦ ਲਹੀਐ। ਹਿਰਦੇ ਦੀ ਦੁਬਿਧਾ ਮਿਟ ਜਾਂਦੀ ਹੈ, ਮਨ ਹਿਰਦੇ ਵਿੱਚੋਂ ਜੋ ਦੁੰਦਵਾਦ ਮਿਟ ਜਾਂਦਾ। ਇੱਕ ਮਹਾਰਾਜ ਸਾਹਿਬ ਜੀ ਦੇ ਸਰੂਪ ਨੂੰ ਨਿਸ਼ਚੈ ਕਰਕੇ ਜਾਣ ਲੈਂਦਾ ਹੈ। ਸ਼ਰਨ ਵਿੱਚ ਆਉਣੇ ਮਾਤਰ ਹੀ ਹਿਰਦਾ ਸ਼ਾਂਤ ਹੋ ਜਾਂਦਾ। ਇਹ ਮਹਾਰਾਜ ਸਾਹਿਬ ਜੀ ਦੀ ਨਿਸ਼ਾਨੀ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਤਿੰਨਾਂ ਦਾ ਨਾਮ ਸੱਚੇ ਸਤਿਗੁਰੂ ਹੈ, ਜਿਨ੍ਹਾਂ ਨੇ ਹਰ ਘਟ ਅੰਦਰ ਕੇਵਲ ਨਿਸ਼ਚੈ ਕਰਕੇ ਵਾਹਿਗੁਰੂ ਨੂੰ ਜਾਣਿਆ ਹੈ। ਤਿਸ ਕਾ ਸੰਗ ਸਿੱਖ ਉਧਰੈ। ਤਿੰਨਾਂ ਦੀ ਸੰਗਤ ਕਰਨ ਦੇ ਨਾਲ ਸਿੱਖਾਂ ਦਾ ਉਧਾਰ ਹੋ ਜਾਂਦਾ ਹੈ। ਤਿੰਨਾਂ ਸਤਿਪੁਰਸ਼ਾਂ ਦੀ ਅਕਾਲ ਪੁਰਖ ਵਾਹਿਗੁਰੂ ਸਰੂਪ ਗਰੀਬ ਨਵਾਜ਼ ਮਹਾਰਾਜ ਸਾਹਿਬ ਜੀ ਦੀ ਸੱਚੀ ਸੰਗਤ ਕਰਨ ਦੇ ਨਾਲ ਤਮਾਮ ਸਿੱਖਾਂ ਦਾ ਉਧਾਰ ਹੋਇਆ ਹੈ। ਜਿਹੋ ਜਿਹੀ ਜੀਵ ਸੰਗਤ ਕਰਦਾ ਉਹੋ ਜਿਹਾ ਰੰਗ ਚੜ੍ਹਦਾ। ਤੇ ਜੇ ਗਰੀਬ ਨਵਾਜ਼ ਪੂਰੇ ਸਤਿਗੁਰੂ ਜੀ ਨੂੰ ਜੀਵਨ ਦੇ ਵਿੱਚ ਧਾਰਨ ਕਰ ਲੈਂਦਾ, ਮਹਾਰਾਜ ਸਾਹਿਬ ਜੀ ਦੀ ਪਿਆਰੀ ਸਤ ਸੰਗਤ ਕਰਦਾ ਹੈ, ਮਹਾਰਾਜ ਕਹਿੰਦੇ ਤਿੰਨਾਂ ਦਾ ਉਧਾਰ ਹੋ ਜਾਂਦਾ ਹੈ। ਭਾਵੇਂ ਸੰਸਾਰ ਭਰ ਦੇ ਵਿੱਚ ਕਿੰਨਾ ਵੱਡਾ ਕੋਈ ਪਾਪੀ, ਜਿੰਨਾ ਵੱਡਾ ਮਰਜ਼ੀ ਗੁਨਾਹਗਾਰ ਹੋਵੇ, ਪਤਿਤ ਹੋਵੇ, ਪਰ ਜੇ ਮਹਾਰਾਜ ਸਾਹਿਬ ਜੀ ਦੀ ਸ਼ਰਨ ਧਾਰਨ ਕਰ ਲੈਂਦਾ ਹੈ, ਸੁਭਾਵਿਕ ਹੀ ਉਹ ਜੀਵ ਭਵ ਸਾਗਰ ਤੋਂ ਤਰ ਜਾਂਦਾ ਹੈ।
ਮਹਾਰਾਜ ਸਾਹਿਬ ਜੀ ਦਾ ਸਵਰੂਪ ਦਇਆਲੂ ਹੈ। ਦਇਆਲੂ ਸੁਭਾਅ ਵਾਲੇ, ਦਇਆ ਦੇ ਘਰ ਗਰੀਬ ਨਵਾਜ ਸਤਿਗੁਰੂ ਜੀ ਹਨ, ਜਿਨ੍ਹਾਂ ਨੂੰ ਪਤਿਤ ਪਾਵਨ ਕਿਹਾ ਜਾਂਦਾ ਹੈ। ਪਾਪੀਆਂ ਦਾ ਵੀ ਉਧਾਰ ਕਰਨ ਵਾਲੇ, ਪਤਿਤ ਜੀਵਾਂ ਨੂੰ ਭਵ ਸਾਗਰ ਤੋਂ ਤਾਰਨ ਵਾਲੇ, ਤਿੰਨਾਂ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦੀ ਸੰਗਤ ਕਰਨ ਦੇ ਨਾਲ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਨੇ ਕਰਕੇ ਭਵ ਸਾਗਰ ਤੋਂ ਤਰ ਜਾਈਦਾ ਹੈ। ਮਹਾਰਾਜ ਕਹਿੰਦੇ ਸੰਸਾਰ ਭਰ ਦਾ ਉਧਾਰ ਹੋ ਰਿਹਾ ਹੈ। ਨਾਨਕ ਹਰ ਗੁਣ ਗਾਓ। ਇਸ ਲਈ ਇਹ ਜੀਵ ਹਰੀ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਕਰ, ਕਿਉਂਕਿ ਸਤਿਗੁਰੂ ਜੀ ਦੀ ਸੰਗਤ ਕਰਕੇ ਜੋ ਪਰਮਾਤਮਾ ਦੇ ਗੁਣ ਗਾਵਣੇ ਹਨ, ਇਹਦੇ ਵਿੱਚ ਜੀਵ ਕਦੇ ਵੀ ਹਿਰਦੇ ਅੰਦਰ ਹੰਕਾਰ ਨਹੀਂ ਧਾਰਨ ਕਰਦਾ। ਆਪੋ ਵਿੱਚ ਪਰਮਾਤਮਾ ਦਾ ਨਾਮ ਜਪਦਾ ਹੈ, ਗੁਣ ਗਾਉਂਦਾ ਹੈ, ਰੱਬ ਦਾ ਜਸ ਕਰਦਾ ਹੈ। ਇਸ ਕਰਕੇ ਮਨ ਵਿੱਚ ਹੰਕਾਰ ਆ ਜਾਂਦਾ। ਜੇ ਸਤਿਗੁਰੂ ਜੀ ਤੋਂ ਸਿੱਖਿਆ ਲੈ ਕੇ ਪਰਮਾਤਮਾ ਦੇ ਗੁਣ ਉਚਾਰਨ ਕਰਦਾ ਹੈ, ਸਤਿਗੁਰੂ ਜੀ ਕਹਿੰਦੇ ਹੋ ਫਿਰ ਜੀਵ ਕਦੇ ਹੰਕਾਰੀ ਨਹੀਂ, ਫਿਰ ਕਾਮਨਾ ਸਹਿਤ ਨਹੀਂ, ਨਿਸ਼ਕਾਮ ਹੋ ਕੇ ਅਤੇ ਨਿਰਹੰਕਾਰ ਹੋ ਕੇ ਵਾਹਿਗੁਰੂ ਦੇ ਗੁਣ ਉਚਾਰਨ ਕਰਦਾ ਹੈ। ਇਸ ਕਰਕੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰ ਕਰਕੇ ਸਿੱਖਾਂ ਦਾ ਉਧਾਰ ਹੋ ਰਿਹਾ ਹੈ। ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪੂਰੇ ਸਤਿਗੁਰੂ ਜੀ ਦੀ ਵਡਿਆਈ ਦਰਸਾ ਰਹੇ ਹਨ ਕਿ ਪੂਰੇ ਸਤਿਗੁਰੂ ਜੀ ਸਿੱਖ ਦੀ ਪ੍ਰਤਪਾਲਣਾ ਕਰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਇਉਂ ਜੀਵ ਦੀ ਰੱਖਿਆ ਕਰਦੇ ਐ ਜਿਵੇਂ ਮਾਤਾ ਪਿਤਾ, ਜਿਵੇਂ ਮਾਂ ਆਪਣੇ ਬੱਚੇ ਨੂੰ ਸੰਭਾਲ ਕਰਕੇ ਰੱਖਦੀ, ਪਰਵਰਿਸ਼ ਕਰਦੀ ਹੈ, ਹਰ ਸਮੇਂ ਯਾਦ ਰੱਖਦੀ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਗਰੀਬ ਨਵਾਜ ਪੂਰੀ ਸਤਿਗੁਰੂ ਜੀ ਦੀ ਵਡਿਆਈ ਹੈ, ਸਿੱਖ ਦੀ ਪ੍ਰਤਪਾਲਣਾ ਕਰਦੇ ਐ, ਕਦੇ ਵੀ ਕਿਸੇ ਦੇ ਅਧੀਨ ਨਹੀਂ ਹੋਣ ਦਿੰਦੇ। ਮਹਾਰਾਜ ਕਦੇ ਕਿਸੇ ਦੇ ਮੁਹਤਾਜ ਨਹੀਂ ਹੋਣ ਦਿੰਦੇ। ਜੇ ਸਿੱਖ ਗਰੀਬ ਨਵਾਜ ਸਤਿਗੁਰੂ ਜੀ ਦਾ ਹੋ ਜਾਂਦਾ ਹੈ, ਮਨ ਬਾਣੀ ਸਰੀਰ ਕਰਕੇ ਮਹਾਰਾਜ ਸਾਹਿਬ ਜੀ ਦੀ ਸ਼ਰਨ ਧਾਰਨ ਕਰ ਲੈਂਦਾ ਹੈ, ਸਤਿਗੁਰੂ ਜੀ ਕਦੇ ਵੀ ਕਿਸੇ ਦੇ ਮੁਹਤਾਜ ਨਹੀਂ ਹੋਣ ਦੇਣਾ ਕਰਦੇ। ਮਹਾਰਾਜ ਆਪ ਕਿਰਪਾ ਕਰਕੇ ਪਰਵਰਿਸ਼ ਕਰਦੇ ਹਨ, ਆਪ ਜੀਵ ਤੇ ਕਿਰਪਾ ਕਰਕੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕਰਕੇ ਸਿੱਖ ਦੀ ਪ੍ਰਤਪਾਲਣਾ ਕਰਦੇ ਆ। ਸੇਵਕ ਕਉ ਗੁਰ ਸਦਾ ਦਇਆਲ। ਗਰੀਬ ਨਵਾਜ ਸਤਿਗੁਰੂ ਜੀ ਆਪਣੇ ਸੇਵਕ ਦੇ ਉੱਪਰ ਸਦਾ ਹੀ ਦਿਆਲੂ, ਦਇਆਲ ਦੇ ਘਰ ਹੋ ਕਰਕੇ ਵਰਤਦੇ ਐ। ਸਦਾ ਹੀ ਮਹਾਰਾਜ ਸੱਚੇ ਪਾਤਸ਼ਾਹ ਦਿਆਲਤਾ ਕਰਦੇ ਐ। ਦਇਆ ਦੇ ਘਰ ਵਿੱਚ ਆ ਕੇ ਮਹਾਰਾਜ ਸਿੱਖ ਦੀ ਸ਼ਰਧਾ ਰੂਪ ਝੋਲੀ ਦੇਖ ਕਰਕੇ ਸਭ ਦਾਤਾਂ ਪ੍ਰਦਾਨ ਕਰ ਦਿੰਦੇ ਹਨ। ਐਸੀ ਮਹਾਰਾਜ ਸਾਹਿਬ ਜੀ ਦੀ ਸੱਚੀ ਵਡਿਆਈ ਹੈ। ਸਤਿਗੁਰੂ ਜੀ ਆਖ ਰਹੇ ਹਨ, ਸੇਵਕ ਕਉ ਗੁਰ ਸਦਾ ਦਇਆਲ। ਸਦਾ ਵਾਸਤੇ ਕਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੋ ਦਾਰ ਦੇਣੇ ਤੋਂ ਕੋਈ ਗੁਰੇਜ਼ ਨਹੀਂ ਕਰਨਾ ਕਰਦੇ। ਸਦਾ ਹੀ ਮਹਾਰਾਜ ਸਾਹਿਬ ਜੀ ਦਿਆਲੂ ਹੋ ਕਰਕੇ ਸੇਵਕ ਤੇ ਬਖਸ਼ਿਸ਼ ਕਰਦੇ ਹਨ। ਸਿੱਖ ਕੀ ਗੁਰ ਦੁਰਮਤ ਮਲ ਹਿਰੈ। ਜੋ ਸਿੱਖ ਮਨ ਬਾਣੀ ਸਰੀਰ ਕਰਕੇ ਮਹਾਰਾਜ ਸਾਹਿਬ ਜੀ ਦੀ ਸ਼ਰਨ ਧਾਰਨ ਕਰਦਾ ਹੈ, ਸਤਿਗੁਰੂ ਜੀ ਉਹ ਸਿੱਖ ਦੀ ਦੁਰਮਤ, ਖੋਟੀ ਮਤ ਨਾਸ਼ ਕਰ ਦਿੰਦੇ ਹੈ ਔਰ ਗੁਰਮਤਿ ਦਾ ਧਾਰਨੀ ਬਣਾ ਦਿੰਦੇ ਹਨ। ਜਿਸ ਦੁਰਮਤ ਦੇ ਕਰਕੇ ਜੀਵ ਨੂੰ ਸਮਝ ਨਹੀਂ ਪੈਂਦੀ, ਸੱਚ ਤੇ ਝੂਠ ਦੀ ਪਹਿਚਾਣ ਨਹੀਂ ਕਰ ਸਕਦਾ, ਜਗਤ ਅੰਦਰ ਦਰ ਦਰ ਤੇ ਭਟਕਦਾ ਫਿਰਦਾ ਹੈ, ਕਦੇ ਕਿਸੇ ਦਰ ਤੇ ਚਲਾ ਜਾਂਦਾ ਹੈ, ਕਦੇ ਕਿਸੇ ਦਰ ਤੇ ਜਾ ਕੇ ਨੱਕ ਰਗੜਦਾ ਰਹਿੰਦਾ, ਵਹਿਮ ਭਰਮਾਂ ਦਾ ਸ਼ਿਕਾਰ ਹੋਇਆ ਸੰਸਾਰ ਦੇ ਅੰਦਰ ਆਪਣਾ ਜੀਵਨ ਅਜਾਈ ਹੀ ਬਤੀਤ ਕਰਦਾ ਰਹਿੰਦਾ ਹੈ। ਪਰ ਜੇ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦੀ ਗੁਰਮਤਿ ਨੂੰ ਧਾਰਨ ਕਰ ਲੈਂਦਾ ਹੈ, ਫਿਰ ਸੰਸਾਰ ਦੇ ਸਭ ਵਹਿਮਾਂ ਭਰਮਾਂ ਤੋਂ, ਸੰਸਾਰ ਤੋਂ ਉਪਰਾਮ ਹੋ ਕੇ ਕੇਵਲ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਦਾ ਹੈ। ਇਸ ਲਈ ਪਾਤਸ਼ਾਹ ਕਹਿੰਦੇ ਹਨ, ਪੂਰੇ ਸਤਿਗੁਰੂ ਜੀ ਦੀ ਇਹ ਵਡਿਆਈ ਹੈ। ਦੁਰਮਤ ਨੂੰ ਨਾਸ਼ ਕਰਕੇ ਤੇ ਚੰਗੀ ਮਤ ਮਹਾਰਾਜ ਬਖਸ਼ਿਸ਼ ਕਰ ਦਿੰਦੇ ਹਨ। ਹਜੂਰ ਅਲਪਗਤਾ ਖਤਮ ਕਰਕੇ ਸਰਬਗਤਾ ਬਖਸ਼ਿਸ਼ ਕਰ ਦਿੰਦੇ ਹਨ। ਚੰਗੀ ਆਤਮ ਵਿਸ਼ੈਣੀ ਬੁੱਧੀ ਦੀ ਦਾਤ ਮਹਾਰਾਜ ਬਖਸ਼ਿਸ਼ ਕਰ ਦਿੰਦੇ ਹੈ। ਜੇ ਕਿਤੇ ਕੋਈ ਔਗਣ ਵੀ ਕਰਦਾ, ਕੋਈ ਭੁੱਲ ਵੀ ਕਰਦਾ, ਫਿਰ ਮਹਾਰਾਜ ਝਿੜਕੇ ਗਲ ਦੇ ਨਾਲ ਲਾ ਦਿੰਦੇ, ਸਮਝਾ ਦਿੰਦੇ ਹਨ। ਇਹ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ।
ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰੂ ਜੀ ਦੇ ਬਚਨਾਂ ਦੁਆਰਾ ਸਿੱਖ ਪਰਮੇਸ਼ਰ ਦਾ ਨਾਮ ਉਚਾਰਨ ਕਰਦਾ ਹੈ, ਜੋ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਜਿਵੇਂ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਨਮੁਖ ਹੋ ਕਰਕੇ ਉਚਾਰਨ ਕੀਤਾ ਨਾ, ਮਹਾਰਾਜ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ। ਮਹਾਰਾਜ ਕਿਰਪਾ ਕਰੋ ਮੇਰੇ ਹਿਰਦੇ ਅੰਦਰ ਨਾਮ ਦਾ ਪ੍ਰਕਾਸ਼ ਕਰ ਦੇਵੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਤਾਂ ਤੁਹਾਨੂੰ ਮਿਲਿਆ, ਨਾਮ ਤਾਂ ਜਪਦੇ ਹੋ। ਤੇ ਹਜੂਰ ਕਹਿੰਦੇ ਨਹੀਂ ਮਹਾਰਾਜ, ਮੇਰੇ ਮੀਤ ਗੁਰਦੇਵ ਮੁਕਉ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ। ਜੋ ਗੁਰਮਤਿ ਦੁਆਰਾ ਨਾਮ ਦੀ ਪ੍ਰਾਪਤੀ ਹੋਣੀ ਹੈ, हे ਮਹਾਰਾਜ ਸੱਚੇ ਪਾਤਸ਼ਾਹ, ਦੇ ਨਾਲ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਆਪੋ ਵਿੱਚ ਭਾਵੇਂ ਕੋਈ ਜਿੰਨਾ ਮਰਜ਼ੀ ਨਾਮ ਜਪਦਾ ਹੈ, ਸਤਿਗੁਰੂ ਜੀ ਤੋਂ ਨਾਮ ਦਾਤ ਲਏ ਤੋਂ ਬਿਨਾਂ, ਪਰ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਹੋਣਾ ਕਰਦਾ। ਗਿਆਨ ਰੂਪੀ ਸੂਰਜ ਨਾ ਕਰਨੇ ਹੋਣੇ ਕਰਕੇ ਹਨੇਰੇ ਦੀ ਅਗਿਆਨ ਦੀ ਅੰਧਤਾਈ ਹਿਰਦੇ ਵਿੱਚ ਛਾਈ ਰਹਿੰਦੀ ਹੈ, ਜਿਸ ਕਰਕੇ ਜੀਵ ਮੁਕਤ ਨਹੀਂ ਹੋ ਸਕਦਾ। ਇਸ ਕਰਕੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਗੁਰ ਬਚਨੇ ਹਰ ਨਾਮ ਉਚਰੈ, ਕਿ ਮਹਾਰਾਜ ਸਾਹਿਬ ਜੀ ਦੇ ਬਚਨਾਂ ਦੁਆਰਾ ਸਿੱਖ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਉਚਾਰਨ ਕਰਦਾ ਹੈ। ਸਤਿਗੁਰ ਸਿੱਖ ਕੇ ਬੰਧਨ ਕਾਟੈ। ਪੂਰੇ ਸਤਿਗੁਰੂ ਜੀ ਆਪਣੇ ਸਿੱਖ ਦੇ ਬੰਧਨ ਕੱਟ ਦਿੰਦੇ ਹਨ। ਜਗਤ ਅੰਦਰ ਵੀ ਮਹਾਰਾਜ ਪ੍ਰਤੱਖ ਵੀ ਜੀਵਨ ਕਾਲ ਦੌਰਾਨ ਮਾਇਆ ਦੀ ਮੋਹ ਮਮਤਾ ਦੇ ਪਏ ਹੋਏ ਜਿਹੜੇ ਬੰਧਨ ਹਨ, ਇਹ ਵੀ ਸਤਿਗੁਰੂ ਜੀ ਕੱਟ ਦਿੰਦੇ ਹਨ। ਜਿਨ੍ਹਾਂ ਬੰਧਨਾਂ ਕਰਕੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਸਿੱਖ ਪਰਮਾਰਥ ਤੇ ਨਹੀਂ ਚੱਲ ਸਕਦਾ। ਜਿਨ੍ਹਾਂ ਪਏ ਹੋਏ ਅੰਤਰੀ ਮੋਹ ਮਮਤਾ ਰੂਪੀ ਬੰਧਨਾਂ ਦੇ ਨਾਲ ਇਹ ਕਦੇ ਭਾਵ ਭਗਤੀ ਦੇ ਮਾਰਗ ਨਹੀਂ, ਰਸਤੇ ਨੂੰ ਤੈਅ ਨਹੀਂ ਕਰ ਸਕਦਾ, ਮਿਥੇ ਹੋਏ ਨਿਸ਼ਾਨੇ ਤੇ ਨਹੀਂ ਪਹੁੰਚ ਸਕਦਾ। ਉਹ ਬੰਧਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਕੱਟ ਦਿੰਦੇ ਹਨ। ਪ੍ਰਤੱਖ ਵੀ ਗਰੀਬ ਨਵਾਜ ਸਤਿਗੁਰੂ ਜੀ ਆਪਣੇ ਸਿੱਖਾਂ ਦੇ ਬੰਧਨ ਕੱਟਣ ਵਾਲੇ ਹੈ। ਭਾਵੇਂ ਕਿਸੇ ਵੀ ਮਜ਼ਹਬ ਦਾ, ਕਿਸੇ ਜਾਤੀ ਦਾ ਕੋਈ ਵੀ ਪ੍ਰਾਣਾਧਾਰੀ ਜੀਵ ਹੋਵੇ, ਮਹਾਰਾਜ ਬੰਧਨ ਕੱਟ ਕੇ ਉਸ ਨੂੰ ਆਜ਼ਾਦ ਕਰ ਦਿੰਦੇ ਹਨ। ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਦੇ ਬੰਧਨ ਕੱਟ ਕੇ ਤਿੰਨਾਂ ਨੂੰ ਆਜ਼ਾਦ ਕਰਾਵਣਾ ਕੀਤਾ। ਇਹ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ। ਪ੍ਰਤੱਖ ਵੀ ਮਹਾਰਾਜ ਬੰਧਨ ਕੱਟ ਦਿੰਦੇ ਹੈ, ਬਹੁਤ ਸਾਰੇ ਵਿਘਨਾਂ ਤੋਂ ਬਚਾ ਕੇ ਰੱਖਦੇ ਹੈ। ਜੋ ਸਿੱਖ ਮਹਾਰਾਜ ਸਾਹਿਬ ਜੀ ਦੀ ਸ਼ਰਨ ਧਾਰਨ ਕਰਦਾ ਹੈ, ਉਸ ਦੇ ਔਗਣਾ ਰੂਪੀ ਵਿਕਾਰਾਂ ਰੂਪੀ ਪਏ ਹੋ ਜਿਹੜੇ ਮਾੜੇ ਸੰਸਕਾਰਾਂ ਰੂਪੀ ਬੰਧਨ ਹਨ, ਉਹ ਵੀ ਕੱਟ ਦਿੰਦੇ ਹਨ। ਗੁਰ ਕਾ ਸਿੱਖ ਵਿਕਾਰ ਤੇ ਹਟੈ। ਜੋ ਸਿੱਖ ਮਹਾਰਾਜ ਸਾਹਿਬ ਜੀ ਦਾ ਹੋ ਜਾਂਦਾ ਹੈ, ਮਨ ਬਾਣੀ ਸਰੀਰ ਮਹਾਰਾਜ ਸਾਹਿਬ ਜੀ ਦੇ ਅਰਪਣ ਕਰ ਦਿੰਦਾ ਹੈ, ਹਜੂਰ ਕਹਿੰਦੇ ਉਹ ਸਿੱਖ ਫਿਰ ਵਿਕਾਰਾਂ ਵੱਲੋਂ ਹਟ ਜਾਂਦਾ ਹੈ। ਜੋ ਔਗਣ ਜੀਵਨ ਦੇ ਵਿੱਚ ਧਾਰਨ ਕਰਕੇ ਬੁਰੇ ਕਰਮ ਕਰਦਾ ਹੈ, ਬੁਰਾ ਸੋਚਦਾ ਹੈ, ਮੰਦਾ ਚਿਤਵਦਾ ਰਹਿੰਦਾ ਹੈ, ਉਹ ਮਹਾਰਾਜ ਕਹਿੰਦੇ ਉਹਨਾਂ ਵਿਕਾਰਾਂ ਤੋਂ ਜੀਵ ਹਟ ਜਾਂਦਾ ਹੈ। ਕਿਉਂਕਿ ਮਨ ਦਾ ਸੁਭਾਅ ਹੈ, ਜੇ ਸ਼ੁਭ ਗੁਣ ਧਾਰਨ ਕੀਤੇ ਤੇ ਕਰਮ ਵੀ ਜੀਵ ਸ਼ੁਭ ਕਮਾਉਂਦਾ ਹੈ। ਜੇ ਔਗਣ ਧਾਰਨ ਕੀਤੇ ਹੈ ਤੇ ਤਿੰਨਾਂ ਔਗਣਾ ਕਰਕੇ ਜੀਵ ਪਾਪ ਕਰਮ ਕਰਦਾ ਹੈ, ਔਗਣਾ ਭਰੇ ਕਰਮ ਕਰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜੋ ਗਰੀਬ ਨਵਾਜ ਸਤਿਗੁਰੂ ਜੀ ਦੀ ਸਿੱਖਿਆ ਹਿਰਦੇ ਵਿੱਚ ਧਾਰਨ ਕਰ ਲੈਂਦਾ, ਜੋ ਮਹਾਰਾਜ ਸਾਹਿਬ ਜੀ ਦਾ ਸਿੱਖ ਬਣ ਜਾਂਦਾ ਹੈ, ਗੁਰ ਕਾ ਸਿੱਖ ਵਿਕਾਰ ਤੇ ਹਟ ਹੈ, ਉਹ ਔਗਣਾ ਵੱਲੋਂ ਹਟ ਜਾਂਦਾ ਹੈ। ਔਗਣਾ ਭਰੇ ਪਾਪ ਕਰਮਾਂ ਦੇ ਵਿੱਚ ਗਲਤਾਨ ਹੋਣੇ ਤੋਂ ਬਚ ਜਾਂਦਾ ਹੈ। ਮਨ ਨੂੰ ਮੋੜ ਕਰਕੇ ਮਹਾਰਾਜ ਸਾਹਿਬ ਜੀ ਦੀ ਸਤ ਸੰਗਤ ਵਿੱਚ ਜੋੜ ਕਰਕੇ ਰੱਖਦਾ ਹੈ। ਗੁਰੂ ਕਾ ਸਿੱਖ ਔਗਣਾ ਤੋਂ ਹਟ ਕਰਕੇ ਵਿਕਾਰਾਂ ਦੀ ਦਲਦਲ ਵਿੱਚ ਫਸਣ ਤੋਂ ਮਹਾਰਾਜ ਕਹਿੰਦੇ ਆਜ਼ਾਦ ਹੋ ਜਾਂਦਾ। ਕਦੇ ਬੁਰੇ ਕਰਮ ਨਹੀਂ ਕਰਦਾ ਜੋ ਸਤਿਗੁਰੂ ਜੀ ਦੀ ਸਿੱਖਿਆ ਨੂੰ ਧਾਰਨ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਜੀਵਨ ਵਿੱਚ ਕਮਾਉਣ ਦੇ ਨਾਲ ਸਤਿਗੁਰੂ ਜੀ ਕਹਿੰਦੇ ਹਨ ਉਹ ਕਦੇ ਵੀ ਸੰਸਾਰ ਦੇ ਔਗਣ ਭਰੇ ਕਰਮ ਨਹੀਂ ਕਰਨ ਵਾਲਾ। ਸਤਿਗੁਰ ਸਿੱਖ ਕਉ ਨਾਮ ਧਨ ਦੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਫਰਮਾਉਂਦੇ ਹਨ, ਪੂਰੇ ਸਤਿਗੁਰੂ ਜੀ ਸਿੱਖ ਦੇ ਹਿਰਦੇ ਅੰਦਰ ਨਾਮ ਰੂਪੀ ਧਨ ਬਖਸ਼ਿਸ਼ ਕਰਨ ਵਾਲੇ ਹਨ।
ਦੁਨਿਆਵੀ ਧਨ ਦੇ ਸੰਸਾਰ ਦੇ ਕਿਸੇ ਵੀ ਕੋਨੇ ਤੇ ਚਲੇ ਜਾਓ, ਸਭ ਥਾਵਾਂ ਤੇ ਮਿਲ ਜਾਂਦਾ ਹੈ, ਪਰ ਨਾਮਰੂਪ ਧਨ ਕੇਵਲ ਸਤਿਗੁਰੂ ਜੀ ਦੇ ਚਰਨਾਂ ਵਿੱਚੋਂ ਪ੍ਰਾਪਤ ਹੁੰਦਾ ਹੈ। ਮਹਾਰਾਜ ਸਾਹਿਬ ਜੀ ਦੀ ਪਿਆਰੀ ਸਤ ਸੰਗਤ ਦੇ ਵਿੱਚੋਂ ਇਸ ਕਰਕੇ ਪਾਤਸ਼ਾਹ ਕਹਿੰਦੇ ਹਨ, ਪੂਰੇ ਸਤਿਗੁਰੂ ਜੀ ਸਿੱਖ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਨ ਵਾਲੇ ਹਨ। ਐਸਾ ਅਮੋਲਕ ਨਾਮ ਰੂਪੀ ਧਨ ਹੈ ਜਿਸ ਨੂੰ ਚੋਰ ਚੁਰਾ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ। ਇਸ ਪ੍ਰਕਾਰ ਹਜੂਰ ਦਾ ਅਸੀਂ ਬਚਨ ਪੜ੍ਹਦੇ ਹਨ ਕਿ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਮਹਾਰਾਜ ਕਹਿੰਦੇ ਉਹਨੂੰ ਪਾਣੀ ਡੋਬ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ, ਚੋਰ ਚੋਰੀ ਨਹੀਂ ਕਰ ਸਕਦਾ। ਜੋ ਸਿੱਖ ਮਹਾਰਾਜ ਸਾਹਿਬ ਜੀ ਤੋਂ ਨਾਮ ਰੂਪੀ ਧਨ ਆਪਣੇ ਹਿਰਦੇ ਰੂਪ ਘਰ ਦੇ ਵੀ ਸਾਂਭ ਕੇ ਰੱਖ ਲੈਂਦਾ ਹੈ, ਐਸੀ ਮਹਾਨ ਗਰੀਬ ਨਵਾਜ ਪੂਰੀ ਸਤਿਗੁਰੂ ਜੀ ਦੀ ਵਡਿਆਈ ਹੈ। ਸਤਿਗੁਰ ਸਿੱਖ ਕਉ ਨਾਮ ਧਨ ਦੇ। ਮਹਾਰਾਜ ਕਹਿੰਦੇ ਜੇ ਸਿੱਖ ਨੂੰ ਗਰੀਬ ਨਵਾਜ ਸਤਿਗੁਰੂ ਜੀ ਨਾਮ ਰੂਪੀ ਧਨ ਬਖਸ਼ਿਸ਼ ਕਰ ਦਿੰਦੇ ਹਨ। ਗੁਰ ਕਾ ਸਿੱਖ ਵਡ ਭਾਗੀ ਹੈ। ਉਹ ਗੁਰੂ ਕਾ ਸਿੱਖ ਵੱਡਿਆਂ ਭਾਗਾਂ ਵਾਲਾ ਹੋ ਜਾਂਦਾ ਹੈ। ਜਾਣੋ ਕਿ ਉਹ ਸਿੱਖ ਦੇ ਬਹੁਤ ਵੱਡੇ ਭਾਗ ਹਨ ਜਿਸ ਨੂੰ ਮਹਾਰਾਜ ਸਾਹਿਬ ਜੀ ਤੋਂ ਨਾਮ ਰੂਪੀ ਧਨ ਪ੍ਰਾਪਤ ਹੋ ਗਿਆ ਹੈ। ਸਾਧ ਸੰਗਤ ਜੀ, ਅਸੀਂ ਫੇਰ ਵੀ ਬਾਰ-ਬਾਰ ਐਵੇਂ ਦਰ-ਦਰ ਤੇ ਠੋਕਰਾਂ ਖਾਂਦੇ ਰਹਿੰਦੇ ਹਾਂ ਕਿ ਮਹਾਰਾਜ ਸਾਨੂੰ ਦਿੱਤਾ ਕੀ ਹੈ। ਸਾਧ ਸੰਗਤ ਜੀ, ਜੋ ਗਰੀਬ ਨਵਾਜ ਸਤਿਗੁਰੂ ਨੇ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ ਹੈ, ਮਹਾਰਾਜ ਸਾਹਿਬ ਜੀ ਨੇ ਆਪਣੇ ਚਰਨਾਂ ਦੇ ਨਾਲ ਸਾਨੂੰ ਜੋੜ ਕੇ ਰੱਖਿਆ ਹੈ। ਨਾਮ ਧਨ ਦੀ ਸਾਨੂੰ ਦਾਤ ਬਖਸ਼ਿਸ਼ ਕੀਤੀ ਹੈ। ਇਹਦੇ ਨਾਲੋਂ ਵੱਡੀ ਦਾਤ ਹੋਰ ਕਿਹੜੀ ਸੰਸਾਰ ਦੇ ਵਿੱਚ ਹੋ ਸਕਦੀ ਹੈ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਇਹੋ ਧਨ ਅਖੁੱਟ ਨਾ ਨਿਖੁੱਟੈ, ਨਾ ਜਾਏ ਪੂਰਾ ਸਤਿਗੁਰ ਜੀਆ ਦਿਖਾਏ। ਐਸਾ ਨਾਮ ਰੂਪੀ ਧਨ ਦਾ ਖਜ਼ਾਨਾ ਨਾ ਤਾਂ ਕਦੇ ਮੁੱਕਦਾ ਨਾ ਕਦੇ ਘਟਦਾ ਹੈ। ਜੋ ਪੂਰੇ ਸਤਿਗੁਰੂ ਜੀ ਨੇ ਇਹ ਨਾਮ ਧਨ ਦੀ ਦਾਤ ਬਖਸ਼ਿਸ਼ ਕੀਤੀ ਹੈ, ਹਜੂਰ ਕਹਿੰਦੇ ਜਿਨ੍ਹਾਂ ਨੇ ਇਹ ਦਾਤ ਗੁਰੂ ਚਰਨਾਂ ਵਿੱਚੋਂ ਪ੍ਰਾਪਤ ਕਰ ਲਈ, ਉਹ ਸਿੱਖ ਜਾਣੋ ਕਿ ਵੱਡਿਆਂ ਭਾਗਾਂ ਵਾਲੇ ਹੋ ਗਏ ਹਨ। ਤਿੰਨਾਂ ਦੇ ਭਾਗ ਜਾਣੋ ਕਿ ਵੱਡੇ ਹੈ ਜੋ ਮਹਾਰਾਜ ਸਾਹਿਬ ਜੀ ਤੋਂ ਦਾਤ ਪਾ ਲੈਂਦੇ ਹਨ। ਸਤਿਗੁਰ ਸਿੱਖ ਕਾ ਹਾਲਤ ਪਾਲਤ ਸਵਾਰੈ। ਹਜੂਰ ਕਹਿੰਦੇ ਹਨ ਪੂਰਾ ਸਤਿਗੁਰੂ ਸਿੱਖ ਦਾ ਲੋਕ ਅਤੇ ਪਰਲੋਕ ਸਵਾਰ ਦਿੰਦਾ ਹੈ। ਹਾਲਤ ਕਹੀਏ ਲੋਕ, ਪਲਤ ਪਰਲੋਕ, ਦੋਵੇਂ ਲੋਕ ਸੁਹੇਲੇ ਹੋ ਜਾਂਦੇ ਹਨ, ਸਫਲੇ ਹੋ ਜਾਂਦੇ ਹੈ ਜੋ ਸਿੱਖ ਮਹਾਰਾਜ ਸਾਹਿਬ ਜੀ ਦੀ ਸ਼ਰਨ ਧਾਰਨ ਕਰ ਲੈਂਦਾ ਹੈ। ਕਿਉਂਕਿ ਸਿੱਖ ਨੂੰ ਮਹਾਰਾਜ ਸਾਹਿਬ ਜੀ ਨੇ ਬਹੁਤ ਉੱਚਾ ਦਰਜਾ ਦਿੱਤਾ ਹੈ। ਸਤਿਗੁਰੂ ਜੀ ਦਾ ਪਾਵਨ ਮੁਖ ਵਾਕ ਹੈ ਗੁਰਬਾਣੀ ਅੰਦਰ, ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜਦੇ ਆ। ਜੋ ਸਿੱਖ ਮਹਾਰਾਜ ਸਾਹਿਬ ਜੀ ਦੀ ਸ਼ਰਨ ਵਿੱਚ ਮਨ ਬਾਣੀ ਸਰੀਰ ਕਰਕੇ ਪੈ ਜਾਂਦਾ, ਮਹਾਰਾਜ ਜੋ ਆਪ ਜੀ ਦੇ ਪ੍ਰਾਇਣ ਹੋ ਜਾਣਾ ਕੀਤਾ, ਮਹਾਰਾਜ ਆਪ ਜੀ ਦੀ ਸ਼ਰਨ ਧਾਰਨ ਕਰ ਲਈ ਹੈ। ਹਜੂਰ ਕਹਿੰਦੇ ਹਨ ਉਹਦੇ ਸਭ ਤੋਂ ਵੱਡੇ ਭਾਗ ਜਾਣਨਾ ਕਰੋ। ਇਸ ਕਰਕੇ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹਨ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ। ਪੂਰੇ ਸਤਿਗੁਰੂ ਜੀ ਸਿੱਖ ਦਾ ਲੋਕ ਪਰਲੋਕ ਸਵਾਰ ਦਿੰਦੇ ਹਨ। ਜਗਤ ਅੰਦਰ ਸਾਧ ਸੰਗਤ ਜੀ, ਜੀਵਨ ਪਰਯੰਤ ਇਹੋ ਹੀ ਅਸੀਂ ਯਤਨ ਕਰਦੇ ਰਹਿੰਦੇ ਹਾਂ ਕਿ ਆਉਣ ਵਾਲਾ ਸਮਾਂ ਸਾਡਾ ਸੁਖਾਲਾ ਬਤੀਤ ਹੋਵੇ, ਧਨ ਦੀ ਪਦਾਰਥਾਂ ਦੀ ਇਕੱਤਰਤਾ ਕਰ ਲਈਏ, ਸੰਸਾਰ ਦੇ ਅੰਦਰ ਜੀਵਨ ਸਾਡਾ ਬੜਾ ਸੁੱਖਾਂ ਦੇ ਨਾਲ ਬਤੀਤ ਹੋਵੇਗਾ। ਆਉਣ ਵਾਲੇ ਸਾਡੇ ਧੀਆਂ ਪੁੱਤਰ ਵੀ ਸੁੱਖਾਂ ਦੇ ਨਾਲ ਸੁੱਖ ਦੀ ਰੋਟੀ ਖਾਣਗੇ। ਇਹ ਸਭ ਕੁਝ ਸੋਚ ਕਰਕੇ ਅਸੀਂ ਯਤਨ ਕਰਦੇ ਹਾਂ। ਪਰ ਮਹਾਰਾਜ ਕਹਿੰਦੇ ਹਨ, ਜੋ ਇਸ ਸੰਸਾਰ ਦੇ ਅਦਾਰਿਆਂ ਤੇ ਜਾ ਕਰਕੇ ਜੀਵ ਯਤਨ ਕਰਦਾ ਹੈ, ਉਹ ਦੁਨੀਆ ਦਾ ਧਨ ਮਿਲ ਜਾਂਦਾ, ਤੁਛ ਮਾਤਰ ਦੇ ਸਮੇਂ ਦਾ ਉਹਦੇ ਵਿੱਚੋਂ ਸੁੱਖ ਪ੍ਰਾਪਤ ਹੁੰਦਾ, ਪਰ ਜੀਵਨ ਦੀ ਕਦੇ ਸਫਲਤਾ ਨਹੀਂ ਉਹ ਜੀਵ ਬਣਾ ਸਕਦਾ। ਪਰ ਜੋ ਸਿੱਖ ਮਹਾਰਾਜ ਸਾਹਿਬ ਜੀ ਦੀ ਸ਼ਰਨ ਧਾਰਨ ਕਰ ਲੈਂਦਾ, ਉਹ ਸੰਸਾਰ ਦੇ ਸੁੱਖ ਵੀ ਪਾ ਲੈਂਦਾ ਤੇ ਪਰਲੋਕ ਦਾ ਸੁੱਖ ਵੀ ਉਹ ਸਿੱਖ ਦੀ ਝੋਲੀ ਵਿੱਚ ਪੈ ਜਾਂਦਾ ਹੈ। ਇਹ ਪੂਰੇ ਸਤਿਗੁਰੂ ਦੀ ਵਡਿਆਈ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ। ਮਹਾਰਾਜ ਆਖ ਰਹੇ ਨੇ ਪੂਰੇ ਸਤਿਗੁਰੂ ਜੀ ਸਿੱਖ ਦਾ ਲੋਕ ਪਰਲੋਕ ਸਫਲ ਕਰ ਦਿੰਦੇ ਹੈ। ਇਹ ਨਹੀਂ ਹੈ ਕਿ ਸੰਸਾਰ ਦਾ ਸੁੱਖ ਕੋਲਿਆ ਤੇ ਮੁੜ ਕੇ ਪਰਮਾਤਮਾ ਦੇ ਘਰ ਦੇ ਵਿੱਚ ਜੀਵ ਮੰਨਿਆ ਹੀ ਨਾ ਜਾਵੇ, ਫਿਰ ਉੱਥੇ ਕਰਮਾਂ ਦਾ ਹਿਸਾਬ ਹੋਵੇ ਤੇ ਧੱਕੇ ਮਾਰ ਕਰਕੇ ਫਿਰ ਨਰਕਾਂ ਵਿੱਚ ਪਾ ਦਿੱਤਾ ਜਾਵੇ। ਨਹੀਂ, ਇਹ ਪੂਰੀ ਸਤਿਗੁਰੂ ਦੀ ਵਡਿਆਈ ਹੈ।
ਮਹਾਰਾਜ ਕਦੇ ਵੀ ਸਿੱਖ ਨੂੰ ਸੰਸਾਰ ਦੀ ਭਟਕਣਾ ਵਿੱਚ ਨਹੀਂ ਪੈਣ ਦਿੰਦੇ। ਹਜੂਰ ਲੋਕ ਪਰਲੋਕ ਜੀਵ ਦਾ ਸਫਲ ਕਰ ਦਿੰਦੇ ਹਨ। ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹੈ। ਇਹ ਸਿੱਖ ਹਿਰਦੇ ਕਰਕੇ ਜੀ ਹਿਰਦੇ ਹੋ ਕੇ ਪੂਰੇ ਸਤਿਗੁਰੂ ਜੀ ਨੂੰ ਸਿਮਰਿਆ ਕਰ, ਯਾਦ ਕਰਿਆ ਕਰ। ਜੋ ਸਿੱਖ ਪਿਆਰ ਦੇ ਨਾਲ ਇੱਕ ਵਾਰ ਵੀ ਸਤਿਗੁਰੂ ਜੀ ਨੂੰ ਯਾਦ ਕਰਦਾ ਹੈ, ਸਤਿਗੁਰੂ ਜੀ ਆਪਣੇ ਸਿੱਖ ਨੂੰ ਬਾਰ-ਬਾਰ ਯਾਦ ਕਰਦੇ ਹਨ। ਜਿਵੇਂ ਦਸ਼ਮੇਸ਼ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਭਾਈ ਦਇਆ ਸਿੰਘ ਸਾਹਿਬ ਜੀ ਨੇ ਬੇਨਤੀ ਕੀਤੀ, ਮਹਾਰਾਜ ਜੋ ਸਿੱਖ ਆਪ ਜੀ ਨੂੰ ਪਿਆਰ ਦੇ ਨਾਲ ਮਹਾਰਾਜ ਯਾਦ ਕਰਦੇ ਹੈ, ਜਿਵੇਂ ਸਾਰੇ ਲੋਕਾਈ ਮਹਾਰਾਜ ਆਪ ਜੀ ਦਾ ਚਿੰਤਨ ਕਰਦੇ ਹੈ, ਸਿੱਖ ਵੀ ਬੜੇ ਪਿਆਰ ਦੇ ਨਾਲ ਆਪ ਜੀ ਨੂੰ ਸਿਮਰਦੇ ਹਨ। ਮਹਾਰਾਜ ਆਪ ਜੀ ਕਿਹਨਾਂ ਨੂੰ ਯਾਦ ਕਰਦੇ ਹੋ? ਹਜੂਰ ਕਹਿੰਦੇ ਜੋ ਸਿੱਖ ਸਾਨੂੰ ਪਿਆਰ ਦੇ ਨਾਲ ਇੱਕ ਵਾਰ ਵੀ ਯਾਦ ਕਰ ਦਿੰਦਾ ਨਾ ਹਿਰਦੇ ਹੋ ਕੇ, ਉਹ ਸਿੱਖ ਨੂੰ ਅਸੀਂ ਬਾਰ-ਬਾਰ ਚੇਤੇ ਕਰਦੇ ਹਾਂ, ਬਾਰ-ਬਾਰ ਅਸੀਂ ਸਿੱਖ ਨੂੰ ਯਾਦ ਕਰਦੇ ਹਾਂ। ਇਸ ਪ੍ਰਕਾਰ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤੇ ਹੈ, ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਐ ਸਿੱਖ ਪਿਆਰ ਦੇ ਨਾਲ ਇੱਕ ਵਾਰ ਵੀ ਮਹਾਰਾਜ ਸਾਹਿਬ ਜੀ ਨੂੰ ਯਾਦ ਕਰੇਗਾ, ਗਰੀਬ ਨਵਾਜ ਸਤਿਗੁਰੂ ਜੀ ਬਾਰ-ਬਾਰ ਤੈਨੂੰ ਚੇਤੇ ਕਰਦੇ ਹੈ, ਬਾਰ-ਬਾਰ ਸਿੱਖ ਨੂੰ ਯਾਦ ਕਰਦੇ ਸਿਮਰਦੇ ਹਨ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਹੈ। ਇਸ ਕਰਕੇ ਮਹਾਰਾਜ ਹਜੂਰ ਨੇ ਉਚਾਰਨ ਕੀਤਾ ਕਿ ਪੂਰੇ ਸਤਿਗੁਰੂ ਜੀ ਸਿੱਖ ਦਾ ਲੋਕ ਪਰਲੋਕ ਸਫਲਾ ਕਰ ਦਿੰਦੇ ਹਨ। ਸਾਧ ਸੰਗਤ ਜੀ, ਇਹ ਸੱਚੇ ਪਾਤਸ਼ਾਹ ਜੀ ਦੀ ਨਿਸ਼ਾਨੀ ਹੈ। ਦੁਨੀਆ ਦੇ ਅੰਦਰ ਭਾਵੇਂ ਜਿੰਨਾ ਮਰਜ਼ੀ ਕੋਈ ਚੱਕਰਵਰਤੀ ਵੱਡਾ, ਭਾਵੇਂ ਕੋਈ ਬਾਦਸ਼ਾਹ ਹੋਵੇ, ਉਹ ਇਸ ਲੋਕ ਦਾ ਸੰਸਾਰ ਦਾ ਸੁੱਖ ਤਾਂ ਦੇ ਸਕਦਾ ਹੈ ਜੇ ਉਹਦੀ ਸ਼ਰਨ ਧਾਰਨ ਕਰ ਲਈ ਜਾਵੇ, ਪਰ ਪਰਲੋਕ ਦਾ ਸੁੱਖ ਨਹੀਂ ਕਦੇ ਵੀ ਦੇ ਸਕਦਾ। ਜਿਸ ਸਮੇਂ ਆਗਰੇ ਗਏ ਹੈ ਨਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ, ਉੱਥੇ ਗਰੀਬੜਾ ਜਿਹਾ ਸਿੱਖ, ਨਿਮਾਣਾ ਜਿਹਾ ਸਿੱਖ ਸਾਧ ਸੰਗਤ ਜੀ, ਉਹ ਘਾਹ ਵੇਚ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਿਆ ਕਰਦਾ ਸੀ। ਤੇ ਜਦੋਂ ਜਹਾਂਗੀਰ ਬਾਦਸ਼ਾਹ ਦੇ ਨਾਲ ਸ਼ਿਕਾਰ ਖੇਡਦੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਜੀ ਆਗਰੇ ਦੇ ਵਿੱਚ ਗਏ ਹੈ, ਗਰੀਬ ਨਵਾਜ ਸਤਿਗੁਰੂ ਜੀ ਬਾਬਤ ਤੋਂ ਸਿੱਖ ਨੂੰ ਪਤਾ ਲੱਗਾ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਆਗਰੇ ਵਿੱਚ ਆਏ ਹਨ। ਅਜੇ ਤੱਕ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਨਹੀਂ ਸੀ ਕੀਤੇ, ਪਰ ਮਨ ਦੇ ਵਿੱਚ ਪਿਆਰ ਤੇ ਉਤਸ਼ਾਹ ਬੜਾ ਸੀ ਸਤਿਗੁਰੂ ਜੀ ਦੇ ਨਾਲ ਮਿਲਣੇ ਦਾ। ਮਹਾਰਾਜ ਸਾਹਿਬ ਜੀ ਦੀ ਮਹਿਮਾ ਸਿੱਖਾਂ ਦੇ ਕੋਲੋਂ ਸੁਣਦਾ ਰਹਿੰਦਾ ਸੀ ਕਿ ਗਰੀਬ ਨਵਾਜ ਸਤਿਗੁਰੂ ਜੀ ਬੜੇ ਹੀ ਦਇਆਵਾਨ, ਬੜੇ ਹੀ ਮਹਾਰਾਜ ਕਿਰਪਾਲੂ ਤੇ ਮਿਹਰਬਾਨ ਸਤਿਗੁਰੂ ਜੀ ਹਨ। ਜਦੋਂ ਪਤਾ ਲੱਗਾ ਤੇ ਘਾਹ ਵੇਚ ਕੇ ਇੱਕ ਟਕਾ ਲੈ ਕੇ ਆਇਆ। ਸਾਧ ਸੰਗਤ ਜੀ, ਇੱਕ ਪਾਸੇ ਜਹਾਂਗੀਰ ਬਾਦਸ਼ਾਹ ਦਾ ਤੰਬੂ ਲੱਗਾ ਹੋਇਆ ਤੇ ਦੂਸਰੇ ਪਾਸੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਿਸ਼ਰਾਮ ਕਰ ਰਹੇ। ਜਦੋਂ ਬਾਦਸ਼ਾਹ ਦੇ ਕੋਲ ਆਇਆ ਤੇ ਆ ਕੇ ਟਕਾ ਰੱਖਿਆ, ਕਿਉਂਕਿ ਕਿਸੇ ਸਮੇਂ ਸਵਾਲ ਕੀਤਾ ਸੀ ਮਹਾਰਾਜ ਸਾਹਿਬ ਜੀ ਨੂੰ, ਮਹਾਰਾਜ ਜੋ ਵੀ ਕੋਈ ਸਿੱਖ ਮਿਲਦਾ ਉਹ ਆਪ ਜੀ ਨੂੰ ਕਹਿੰਦਾ ਕਿ ਤੁਸੀਂ ਸੱਚੇ ਪਾਤਸ਼ਾਹ ਹੋ। ਮਹਾਰਾਜ, ਕੀ ਮੈਂ ਝੂਠਾ ਬਾਦਸ਼ਾਹ ਹਾਂ? ਮੈਂ ਵੀ ਬਾਦਸ਼ਾਹ ਹਾਂ, ਸਾਰੇ ਲੋਕ ਸਾਰੀ ਪ੍ਰਜਾ ਮੇਰੇ ਅਧੀਨ ਹੋ ਕਰਕੇ ਰਹਿੰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ, ਕਿੰਨੇ ਲੋਕ ਮੇਰੇ ਅਧੀਨ ਹੋ ਕੇ ਰਹਿੰਦੇ ਹੈ, ਕਿੰਨੇ ਸਿਪਾਹੀ ਅਹਿਲਕਾਰ ਨੌਕਰ ਚਾਕਰ, ਕਿੰਨੀਆਂ ਮੇਰੇ ਕੋਲ ਫੌਜਾਂ ਨੇ, ਤੇ ਫਿਰ ਮਹਾਰਾਜ ਮੈਂ ਝੂਠਾ ਪਾਤਸ਼ਾਹ ਕਿਵੇਂ ਹੋਇਆ? ਤੇ ਹਜੂਰ ਨੇ ਮੁਸਕਰਾ ਕੇ ਕਿਹਾ ਸੀ, ਬਾਦਸ਼ਾਹ ਅਸੀਂ ਤਾਂ ਕਿਸੇ ਨੂੰ ਨਹੀਂ ਕਹਿੰਦੇ, ਸੰਗਤਾਂ ਪਿਆਰ ਦੇ ਨਾਲ ਸਾਨੂੰ ਸੱਚੇ ਪਾਤਸ਼ਾਹ ਜੀ ਆਖਦੀਆਂ ਹਨ। ਤੇ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਗਿਆ ਸੀ ਕਿ ਸ਼ਾਇਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਟਾਲਣ ਦੇ ਵਾਸਤੇ ਐਸਾ ਬਚਨ ਕਰ ਦਿੱਤਾ ਹੈ। ਤੇ ਜਦੋਂ ਸਤ ਸੰਗਤ ਜੀ ਸਮਾਂ ਆਇਆ, ਉਹ ਆ ਕਰਕੇ ਜਦੋਂ ਅਹਿਲਕਾਰਾਂ ਸਿਪਾਹੀਆਂ ਨੂੰ ਪੁੱਛਿਆ ਕਿ ਸੱਚੇ ਪਾਤਸ਼ਾਹ ਜੀ ਦੇ ਮੈਂ ਦਰਸ਼ਨ ਕਰਨੇ ਹਨ, ਹੱਥ ਵਿੱਚ ਇੱਕ ਟਾਕਾ ਫੜਿਆ ਹੋਇਆ ਤੇ ਉਹਨਾਂ ਨੇ ਬਾਦਸ਼ਾਹ ਦੇ ਕੋਲ ਭੇਜ ਦਿੱਤਾ। ਜਦੋਂ ਆਇਆ ਤੇ ਆ ਕੇ ਟਕਾ ਅੱਗੇ ਰੱਖ ਕੇ ਤੇ ਨਮਸਕਾਰ ਕੀਤੀ, ਮਹਾਰਾਜ ਕਿਰਪਾ ਕਰੋ ਮੇਰੀ ਕਲਿਆਣ ਕਰ ਦੇਵੋ, ਲੋਕ ਪਰਲੋਕ ਮੇਰਾ ਸਫਲਾ ਕਰ ਦੇਵੋ। ਅੱਖਾਂ ਬੰਦ ਕੀਤੀਆਂ ਹੋਈਆਂ ਤੇ ਹੱਥ ਜੋੜ ਕਰਕੇ ਉਹ ਸਿੱਖ ਬੇਨਤੀ ਕਰੀ ਜਾ ਰਿਹਾ ਹੈ। ਤੇ ਬਾਦਸ਼ਾਹ ਨੇ ਇਤਿਹਾਸ ਵਿੱਚ ਲਿਖਿਆ ਬੜੇ ਲਾਲਚ ਦਿੱਤੇ, ਕਹਿੰਦੇ ਕਿ ਤੈਨੂੰ ਕੋਈ ਜ਼ਗੀਰ ਦੇ ਦਿੰਦੇ ਹਾਂ, ਜਾਂ ਤੈਨੂੰ ਕਿਸੇ ਇਲਾਕੇ ਦਾ ਸੂਬੇਦਾਰ ਬਣਾ ਦਿੰਦੇ ਹਾਂ, ਤੈਨੂੰ ਖਜ਼ਾਨਾ ਦੇ ਦਿੰਦੇ। ਕਹਿੰਦੇ ਨਾ ਮਹਾਰਾਜ, ਹੋਰ ਕੋਈ ਨਹੀਂ ਮੈਨੂੰ ਦਾਤ ਚਾਹੀਦੀ,
ਕੇਵਲ ਮੈਂ ਮੁਕਤੀ ਦੀ ਦਾਤ ਚਾਹੁੰਦਾ, ਲੋਕ ਪਰਲੋਕ ਮੇਰਾ ਸਫਲਾ ਹੋ ਜਾਵੇ। ਜਦੋਂ ਅਟਲ ਨਿਸ਼ਚਾ ਉਹ ਸਿੱਖ ਦਾ ਜਾਣੇ ਤੇ ਬਾਦਸ਼ਾਹ ਫਿਰ ਕਹਿੰਦਾ ਕਿ ਇਹ ਦਾਤ ਤਾਂ ਮੈਨੂੰ ਵੀ ਨਸੀਬ ਹੋਣ ਦੇ ਵਾਸਤੇ ਮੈਂ ਵੀ ਲੋੜਦਾ ਪਿਆ ਹਾਂ ਕਿ ਮੈਨੂੰ ਇਹ ਦਾਤ ਮਿਲ ਜਾਵੇ। ਤੇ ਇਸ ਕਰਕੇ ਤੇ ਇਹ ਦਾਤ ਲੈਣੀ ਚਾਹੁੰਦਾ ਤੇ ਉਹਨਾਂ ਦਾ ਡੇਰਾ ਅੱਗੇ ਹੈ, ਸੱਚ ਬੋਲ ਦਿੱਤਾ। ਤੇ ਬੇਪਰਵਾਹ ਸਤਿਗੁਰੂ ਜੀ ਦਾ ਬੇਪਰਵਾਹ ਗਰੀਬੜਾ ਨਿਮਾਣਾ ਸਿੱਖ ਬਿਨਾਂ ਡਰ ਤੋਂ ਉਹ ਟਾਕਾ ਚੁੱਕ ਕਰਕੇ ਤੇ ਉਸੇ ਸਮੇਂ ਮਹਾਰਾਜ ਸਾਹਿਬ ਜੀ ਦੇ ਕੋਲ ਆ ਗਏ। ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕੀਤੀ, ਟਾਕਾ ਅੱਗੇ ਰੱਖਿਆ ਤੇ ਕਹਿਣ ਲੱਗਾ, ਮਹਾਰਾਜ ਕਿਰਪਾ ਕਰੋ, ਮੇਰਾ ਲੋਕ ਪਰਲੋਕ ਸਫਲਾ ਕਰ ਦੇਵੋ। ਹਜੂਰ ਕਹਿੰਦੇ ਤੈਨੂੰ ਮੁਕਤੀ ਦੀ ਦਾਤ ਬਖਸ਼ੀ, ਲੋਕ ਪਰਲੋਕ ਤੇਰਾ ਸਫਲਾ ਕੀਤਾ, ਤੇਰੀਆਂ ਕੁਲਾਂ ਦਾ ਵੀ ਉਧਾਰ ਕੀਤਾ। ਇਹ ਜਦੋਂ ਵਰਦਾਨ ਦੇ ਬਚਨ ਸੁਣੇ ਤੇ ਜਹਾਂਗੀਰ ਬਾਦਸ਼ਾਹ ਪਿੱਛੇ ਪਿੱਛੇ ਤੁਰਿਆ ਆ ਰਿਹਾ ਸੀਗਾ, ਕੰਨ ਲਾ ਕਰਕੇ ਤੰਬੂ ਕੋਲ ਖਲੋਤਾ ਹੋਇਆ ਸੁਣ ਰਿਹਾ ਸੀ ਤੇ ਕਹਿਣ ਲੱਗਾ, ਮਹਾਰਾਜ ਕੀ ਮੁਕਤੀ ਇੰਨੀ ਸਸਤੀ ਹੈ? ਇੱਕ ਟਕੇ ਦੇ ਬਦਲੇ ਮਹਾਰਾਜ ਸਿੱਖ ਨੂੰ ਮੁਕਤੀ ਦੀ ਦਾਤ ਬਖਸ਼ਿਸ਼ ਕਰ ਦਿੱਤੀ ਛਿਨ ਮਾਤਰ ਦੇ ਸਮੇਂ ਵਿੱਚ। ਤੇ ਹਜੂਰ ਨੇ ਬਚਨ ਕੀਤਾ, ਕਹਿੰਦੇ ਬਾਦਸ਼ਾਹ ਇੱਥੇ ਟਕੇ ਦੀ ਗੱਲ ਨਹੀਂ ਹੈ, ਇੱਥੇ ਹਿਰਦੇ ਦਾ ਪਿਆਰ ਤੇ ਸਬਰ ਸੰਤੋਖ ਦੀ ਗੱਲ ਹੈ। ਦੇਖ ਬਾਦਸ਼ਾਹ ਤੂੰ ਕਿੰਨੇ ਲਾਲਚ ਦਿੱਤੇ ਸਨ ਇਸ ਸਿੱਖ ਨੂੰ, ਤੈਨੂੰ ਜਗੀਰਾਂ ਦੇ ਦੇਈਏ, ਸੂਬੇਦਾਰ ਬਣਾ ਦੇਈਏ, ਹੋਰ ਵੀ ਖਜ਼ਾਨੇ ਬਖਸ਼ਿਸ਼ ਕਰ ਦਈਏ, ਫਿਰ ਵੀ ਇਹ ਸਿੱਖ ਦਾ ਜਿਹੜਾ ਸਿਦਕ ਸੀ ਡੋਲਿਆ ਨਹੀਂ, ਅਡੋਧ ਰਿਹਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇਹਦੇ ਸਿਦਕ ਨੂੰ ਫਲ ਲੱਗਾ। ਸਿੱਖ ਭਾਵਨਾ ਦੇ ਨਾਲ ਸਾਨੂੰ ਲੰਬੇਰੇ ਸਮੇਂ ਤੋਂ ਯਾਦ ਕਰਦਾ ਸੀ। ਤੇ ਫਿਰ ਜਦੋਂ ਮਹਾਰਾਜ ਸਾਹਿਬ ਜੀ ਦੀ ਇਹ ਅੰਤਰਜਾਮਤਾ ਦਾ ਬਚਨ ਸੁਣਿਆ ਕਿ ਸਤਿਗੁਰੂ ਜੀ ਨੂੰ ਕਿਵੇਂ ਪਤਾ ਲੱਗ ਗਿਆ ਕਿ ਮੈਂ ਲਾਲਚ ਦੇਣਾ ਪਿਆ ਸਾਂ, ਫਿਰ ਮਨ ਦੇ ਅੰਦਰ ਹੀ ਅੰਦਰ ਝਾਤ ਮਾਰ ਕਰਕੇ ਵਿਚਾਰ ਕੇ ਕਹਿਣ ਲੱਗਾ, ਮਨਾ ਇਹ ਗਰੀਬ ਨਵਾਜ ਸਤਿਗੁਰੂ ਜੀ ਸੱਚ ਹੀ ਸੱਚੇ ਪਾਤਸ਼ਾਹ ਹਨ। ਇਸ ਕਰਕੇ ਮਹਾਰਾਜ ਹਜੂਰ ਕਹਿੰਦੇ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਹੋਰ ਕਿਸੇ ਵੀ ਸਮਰੱਥਾ ਨਹੀਂ ਹੈ ਲੋਕ ਪਰਲੋਕ ਸਫਲਾ ਕਰਨੇ ਦੀ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਦਾ ਲੋਕ ਪਰਲੋਕ ਸਵਾਰ ਦਿੰਦੇ ਹੈ। ਜੋ ਸਿੱਖ ਹਿਰਦੇ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦਾ, ਇੱਕ ਚਿਤ ਹੋ ਕੇ ਸਤਿਗੁਰੂ ਜੀ ਨੂੰ ਸਿਮਰਦਾ ਹੈ। ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਹਜੂਰ ਕਹਿੰਦੇ ਸਿੱਖ ਇੱਕ ਵਾਰ ਵੀ ਸਤਿਗੁਰੂ ਜੀ ਨੂੰ ਯਾਦ ਕਰਦਾ ਤੇ ਮਹਾਰਾਜ ਹਿਰਦੇ ਹੋ ਕੇ ਬਾਰ-ਬਾਰ ਸਿੱਖ ਨੂੰ ਚੇਤੇ ਕਰਦੇ ਹਨ। ਗੁਰ ਕਾ ਗ੍ਰਹਿ ਸੇਵਕ ਜੋ ਰਹੈ। ਹਜੂਰ ਹੁਣ ਸੇਵਕ ਦੇ ਲੱਛਣ ਦੱਸ ਰਹੇ ਹਨ। ਜੋ ਗੁਰੂ ਘਰ ਦੇ ਵੀ ਸੇਵਕ ਰਹਿੰਦਾ ਹੈ, ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਪਾਸ ਰਹਿੰਦਾ, ਆਪਣੇ ਆਪ ਨੂੰ ਅਖਵਾਉਂਦਾ ਕਿ ਮੈਂ ਸੇਵਕ ਹਾਂ। ਕਿਉਂਕਿ ਅਸੀਂ ਵੀ ਸਾਧ ਸੰਗਤ ਜੀ ਸੇਵਾ ਕਰਦੇ ਗੁਰੂ ਘਰਾਂ ਦੇ ਵਿੱਚ ਅਖਵਾਉਂਦੇ ਆ ਕਿ ਆਪਾਂ ਵੀ ਗੁਰੂ ਘਰ ਦੇ ਸੇਵਕ ਹਾਂ। ਪਰ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਹੈ, ਅਸੀਂ ਆਪਣੇ ਹਿਰਦੇ ਅੰਦਰ ਵਿਚਾਰ ਕਰਕੇ ਦੇਖੀਏ ਕਿ ਸੇਵਕ ਦੇ ਲੱਛਣ ਕੀ ਹੈ, ਸੇਵਕ ਦੇ ਅੰਦਰ ਗੁਣ ਕਿਹੜੇ ਹੋਣੇ ਚਾਹੀਦੇ ਹਨ। ਗਰੀਬ ਨਵਾਜ ਮਹਾਰਾਜ ਕਹਿੰਦੇ ਜੋ ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਜੋ ਮਹਾਰਾਜ ਸਾਹਿਬ ਜੀ ਦੇ ਘਰ ਗੁਰੂ ਚਰਨਾਂ ਵਿੱਚ ਸੇਵਕ ਬਣ ਕੇ ਰਹਿੰਦਾ ਹੈ। ਗੁਰ ਕੀ ਆਗਿਆ ਮਨ ਮਹਿ ਸਹੈ। ਪਹਿਲਾ ਗੁਣ ਇਹ ਹੈ ਕਿ ਸਭ ਤੋਂ ਪਹਿਲਾਂ ਮਹਾਰਾਜ ਸਾਹਿਬ ਜੀ ਦੀ ਆਗਿਆ ਨੂੰ ਸਤ ਕਰਕੇ ਮੰਨਦਾ ਹੋਵੇ। ਜੋ ਗਰੀਬ ਨਵਾਜ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਉਹਦੇ ਉੱਪਰ ਰੱਤਾ ਜਿੰਨਾ ਵੀ ਕਦੇ ਕਟਾਕਸ਼ ਨਾ ਕਰਦਾ ਹੋਵੇ, ਕੋਈ ਕਾਨ ਕਨੌਟ, ਕੋਈ ਸ਼ੰਕਾ ਨਾ ਕਰਦਾ ਹੋਵੇ। ਇਹ ਮਨ ਵਿੱਚ ਭਾਵਨਾ ਹੋਵੇ ਕਿ ਜੋ ਮੇਰੇ ਸਤਿਗੁਰੂ ਜੀ ਨੇ ਮੈਨੂੰ ਉਪਦੇਸ਼ ਬਖਸ਼ਿਆ ਹੈ ਇਹਦੇ ਵਿੱਚ ਹੀ ਮੇਰਾ ਭਲਾ ਹੈ। ਜੋ ਮਹਾਰਾਜ ਸਾਹਿਬ ਜੀ ਨੇ ਹੁਕਮ ਕੀਤਾ ਉਹਨੂੰ ਸਤ ਕਰਕੇ ਮੰਨਣਾ ਕਰੇ। ਆਪਸ ਕਉ ਕਰ ਕਛ ਨ ਜਨਾਵੈ। ਫਿਰ ਮਹਾਰਾਜ ਕਹਿੰਦੇ ਆਪਣੇ ਆਪ ਨੂੰ ਕਦੇ ਵੀ ਕੁਝ ਜਨਾਉਣਾ ਨਾ ਕਰੇ। ਭਾਵੇਂ ਗੁਣ ਹੋਵੇ, ਭਾਵੇਂ ਸਮਝ ਹੋਵੇ, ਕੋਈ ਹਿਰਦੇ ਅੰਦਰ ਗਿਆਨ ਹੋਵੇ, ਫਿਰ ਵੀ ਨਿਮਰਤਾਵਾਨ ਹੋ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਸੇਵਾ ਕਰੇ। ਇਹ ਨਹੀਂ ਕਿ ਆਪਣਤ ਜਣਾਈ ਜਾਵੇ ਕਿ ਮੇਰੇ ਵਰਗਾ ਸਮਝਦਾਰ, ਮੇਰੇ ਵਰਗਾ ਸੂਝਵਾਨ ਤੇ ਚਤੁਰ ਚਲਾਕ ਸੇਵਾਦਾਰ ਹੋਰ ਕੌਣ ਹੋ ਸਕਦਾ ਹੈ। ਮੇਰੇ ਵਰਗਾ ਗਿਆਨਵਾਨ ਸੇਵਕ ਹੋਰ ਕੌਣ ਹੋ ਸਕਦਾ ਹੈ। ਮੇਰੇ ਵਰਗਾ ਸੋਝੀ ਦੇ ਨਾਲ, ਚੰਗੇ ਸੁਚੱਜੇ ਢੰਗ ਦੇ ਨਾਲ ਸੇਵਾ ਕੌਣ ਕਰ ਸਕਦਾ ਹੈ। ਮਹਾਰਾਜ ਕਹਿੰਦੇ ਐਸਾ ਸੇਵਕ ਨਾ ਬਣੇ। ਗਰੀਬ ਨਵਾਜ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਆਪਸ ਕਉ ਕਰ ਕਛ ਨਾ ਜਨਾਵੈ। ਆਪਣਤ ਨੂੰ ਕਦਾਚਿਤ ਵੀ ਜਣਾਵਣਾ ਨਾ ਕਰੇ।
ਗੁਣਵਾਨ ਹੁੰਦਾ ਹੋਇਆ ਵੀ ਆਪਣੇ ਹਿਰਦੇ ਅੰਦਰ ਬਾਰ-ਬਾਰ ਵਿਚਾਰ ਕਰਦਾ ਰਹੇ, ਔਗਣਹਾਰਾ ਬਣ ਕਰਕੇ ਰਹੇ, ਔਰ ਗਿਆਨਵਾਨ ਹੁੰਦਾ ਹੋਇਆ ਵੀ ਅਗਿਆਤ ਬਣ ਕੇ ਰਹੇ। ਮਹਾਰਾਜ ਮੈਨੂੰ ਕੋਈ ਸਮਝ ਨਹੀਂ ਹੈ। हे ਮਹਾਰਾਜ ਕਿ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਇਹ ਨਿਮਰਤਾਵਾਨ ਹੋ ਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਰਹੇ। ਹਰ ਹਰ ਨਾਮ ਹਿਰਦੈ ਸਦ ਧਿਆਵੈ। ਫਿਰ ਸਤਿਗੁਰੂ ਜੀ ਕਹਿੰਦੇ ਹਨ, ਜੋ ਸੇਵਕ ਹੈ ਹਰ ਇੱਕ ਜੀਵ ਵਿੱਚ ਵਰਤਣ ਵਾਲੇ ਪ੍ਰਮਾਤਮਾ ਦੇ ਨਾਮ ਨੂੰ ਧਿਆਵਨਾ ਕਰੇ ਹਿਰਦੇ ਕਰਕੇ, ਕਿਉਂਕਿ ਜਪੀ ਦਾ ਰਸਨਾ ਨਾਲ ਹੈ, ਧਿਆਈ ਦਾ ਹਿਰਦੇ ਕਰਕੇ ਹੈ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਹਿਰਦੇ ਵਿੱਚ ਧਿਆਵਨਾ ਕਰੇ। ਮਨ ਵੇਚੈ ਸਤਿਗੁਰ ਕੈ ਪਾਸ। ਇਹ ਗੁਣ ਧਾਰਨ ਕਰਨ ਦੇ ਨਾਲ ਨਾਲ ਮਨ ਗੁਰੂ ਚਰਨਾਂ ਵਿੱਚ ਅਰਪਣ ਕਰ ਦੇਵੇ। ਇਹ ਨਹੀਂ ਕਿ ਤਨ ਕਰਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕਰੇ ਤੇ ਮਨ ਹੋਰ ਦਰ ਦਰ ਤੇ ਭਟਕ ਰਿਹਾ ਹੋਵੇ। ਨਹੀਂ, ਇਹ ਸੇਵਕ ਦੇ ਗੁਣ ਨਹੀਂ ਹੈ। ਮਹਾਰਾਜ ਕਹਿੰਦੇ ਜੋ ਸੇਵਕ ਹੈ ਗੁਰੂ ਚਰਨਾਂ ਦੀ ਸੇਵਾ ਕਰਦਾ ਹੈ, ਉਹ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਹਿ ਕਰਕੇ ਹਜੂਰ ਦੇ ਬਚਨਾਂ ਨੂੰ ਸਤ ਕਰਕੇ ਮੰਨੇ। ਮਹਾਰਾਜ ਸਾਹਿਬ ਜੀ ਨੇ ਜੋ ਹੁਕਮ ਕੀਤਾ ਉਹਦੇ ਉੱਪਰ ਕੋਈ ਸ਼ਿਕਵਾ ਨਾ ਕਰੇ, ਕੋਈ ਕਟਾਕਸ਼ ਨਾ ਕਰਨਾ ਕਰੇ, ਫਿਰ ਮਨ ਗੁਰੂ ਚਰਨਾਂ ਵਿੱਚ ਅਰਪਣ ਕਰ ਦੇਣਾ ਕਰੇ। हे ਮਹਾਰਾਜ ਇਹ ਮਨ ਆਪ ਜੀ ਦੇ ਚਰਨਾਂ ਵਿੱਚ ਅਰਪਣ ਕੀਤਾ ਹੈ, ਕਿਉਂਕਿ ਜੋ ਸਿੱਖ ਆਪਣੇ ਮਨ ਨੂੰ ਗੁਰੂ ਚਰਨਾਂ ਵਿੱਚ ਅਰਪਣ ਕਰ ਦਿੰਦਾ, ਜਿਵੇਂ ਹਜੂਰ ਦਾ ਬਚਨ ਆਉਂਦਾ ਹੈ ਨਾ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ। ਮਹਾਰਾਜ ਕਹਿੰਦੇ ਜੋ ਨਾਮ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਮਨ ਨੂੰ ਅਰਪਣ ਕਰ ਦਿੰਦਾ ਹੈ, ਗੁਰੂ ਚਰਨਾਂ ਰੂਪ ਹੱਟ ਤੇ ਆਪਣੇ ਮਨ ਨੂੰ ਵੇਚ ਦਿੰਦਾ ਹੈ, ਉਹ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਦੇ ਵੀ ਸਿੱਖ ਦੇ ਮਨ ਨੂੰ ਭਟਕਣ ਨਹੀਂ ਦਿੰਦੇ। ਉਹ ਸਿੱਖ ਦੇ ਮਹਾਰਾਜ ਕਹਿੰਦੇ ਸਭ ਕਾਰਜ ਵੀ ਸਫਲ ਹੋ ਜਾਂਦੇ ਆ। ਸੇਵਕ ਬਣ ਕਰਕੇ ਮਨ ਗੁਰੂ ਚਰਨਾਂ ਵਿੱਚ ਅਰਪਣ ਕਰਨਾ ਕਰੇ। ਤਿਸ ਸੇਵਕ ਕੇ ਕਾਰਜ ਰਾਸ। ਉਹ ਸੇਵਕ ਦੇ ਸਭ ਕਾਰਜ ਮਹਾਰਾਜ ਸਫਲ ਕਰ ਦਿੰਦੇ ਹਨ। ਮਹਾਰਾਜ ਸਭ ਕਾਰਜਾਂ ਨੂੰ ਪੂਰੀਆਂ ਕਰ ਦਿੰਦੇ ਆ, ਨਿਰਵਿਘਨ ਸੰਪੂਰਨ ਕਰ ਦਿੰਦੇ ਹਨ। ਇਹ ਪੂਰੀ ਸਤਿਗੁਰੂ ਜੀ ਦੀ ਵਡਿਆਈ ਹੈ। ਜੋ ਮਨ ਕਰਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਰਹਿੰਦਾ ਹੈ, ਸੇਵਕ ਬਣ ਕੇ ਨਿਮਰਤਾਵਾਨ ਹੋ ਕੇ ਗੁਰੂ ਚਰਨਾਂ ਵਿੱਚ ਰਹਿੰਦਾ ਹੈ, ਹਜੂਰ ਕਹਿੰਦੇ ਹਨ ਉਹਦੇ ਕਾਰਜ ਸੁਭਾਵਕ ਹੀ ਸਫਲ ਹੋ ਜਾਂਦੇ ਹਨ। ਜਿਵੇਂ ਮਹਾਰਾਜ ਸਾਹਿਬ ਜੀ ਦਾ ਬਚਨ ਆਉਂਦਾ ਨਾ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ। ਜਿਨ੍ਹਾਂ ਨੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਨਿਸ਼ਚੈ ਕਰਕੇ ਇੱਕ ਚਿੱਤ ਹੋ ਕਰਕੇ ਮਨ ਗੁਰੂ ਚਰਨਾਂ ਵਿੱਚ ਅਰਪਣ ਕਰਕੇ ਆਰਾਧਿਆ, ਪ੍ਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ ਮੰਨਣ ਯੋਗ ਹੋ ਗਏ ਹਨ। ਐਸੀ ਮਹਾਨ ਮਹਾਰਾਜ ਸਾਹਿਬ ਜੀ ਦੀ ਵਡਿਆਈ ਹੈ। ਤਿਨਾਂ ਦੇ ਵਿਵਹਾਰਕ ਔਰ ਪਰਮਾਰਥਿਕ ਸਭ ਕਾਰਜ ਸਫਲ ਹੋ ਗਏ ਹੈ, ਜਿਨ੍ਹਾਂ ਨੇ ਆਪਣਾ ਮਨ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਪਣ ਕੀਤਾ ਹੈ। ਸੇਵਾ ਕਰਤ ਹੋਏ ਨਿਹਕਾਮੀ। ਜੋ ਸੇਵਾ ਕਰਦਿਆਂ ਹੋਇਆਂ ਕਦੇ ਮਨ ਵਿੱਚ ਕੋਈ ਕਾਮਨਾ ਨਹੀਂ ਧਾਰਨ ਕਰਦਾ, ਨਿਸ਼ਕਾਮ ਹੋ ਕੇ। ਕਿਉਂਕਿ ਇੱਕ ਸੇਵਾ ਉਹ ਹੁੰਦੀ ਜਿਹੜੀ ਸਕਾਮ ਸੇਵਾ, ਜਿਹਨੂੰ ਸਕਾਮ ਸੇਵਾ ਕਿਹਾ ਜਾਂਦਾ ਹੈ। ਮਹਾਰਾਜ ਮੈਂ ਆਪ ਜੀ ਦੇ ਦਰ ਤੇ ਇੰਨਾ ਸਮਾਂ ਸੇਵਾ ਕਰਾਂਗਾ, ਇਹ ਮੇਰੇ ਮਨ ਦੀ ਇੱਛਾ ਪੂਰੀ ਕਰਦੇ ਨੇ, ਇਹਨੂੰ ਕਿਹਾ ਜਾਂਦਾ ਸਕਾਮ ਸੇਵਾ। ਇੱਕ ਹੁੰਦੀ ਨਿਸ਼ਕਾਮ, ਮਹਾਰਾਜ ਕੇਵਲ ਆਪ ਜੀ ਦੇ ਚਰਨਾਂ ਦਾ ਪਿਆਰ, ਆਪ ਜੀ ਦੇ ਚਰਨਾਂ ਦੀ ਪ੍ਰੀਤ ਸਾਡੇ ਹਿਰਦੇ ਅੰਦਰ ਬਣੀ ਰਹੇ। ਮਹਾਰਾਜ ਆਪ ਜੀ ਦੀ ਯਾਦ ਕਦੇ ਵੀ ਹਿਰਦਿਓਂ ਵਿਸਰੇ ਨਾ। ਇਹ ਸਾਧ ਸੰਗਤ ਜੀ ਨਿਸ਼ਕਾਮ ਸੇਵਾ ਹੈ। ਮਹਾਰਾਜ ਆਪ ਜੀ ਕਿਰਪਾ ਕਰਕੇ ਆਪਣੇ ਖੁਸ਼ੀ ਬਖਸ਼ਿਸ਼ ਕਰੋ। ਐਸੀ ਨਿਸ਼ਕਾਮ ਜੋ ਸੇਵਾ ਭਾਵਨਾ ਦੇ ਨਾਲ ਸੇਵਕ ਬਣ ਕੇ ਕਰਦਾ ਹੈ, ਤਿਸ ਕਾ ਹੋਤ ਪ੍ਰਾਪਤ ਸੁਆਮੀ। ਉਹ ਸੇਵਕ ਨੂੰ ਮਾਲਕ ਪ੍ਰਮਾਤਮਾ ਦੇ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਜੋ ਕਾਮਨਾ ਤੋਂ ਰਹਿਤ ਹੋ ਕੇ ਪ੍ਰਮਾਤਮਾ ਨੂੰ ਚੇਤੇ ਕਰਦਾ, ਸੰਸਾਰ ਦੇ ਸੁੱਖਾਂ ਦੀ ਕੋਈ ਵੀ ਮਨ ਦੇ ਵਿੱਚ ਇੱਛਾ ਨਹੀਂ ਕਰਦਾ, ਨਿਰਇਸ਼ਤ ਹੋ ਕੇ ਪਿਆਰ ਭਾਵਨਾ ਨਾਲ ਗੁਰੂ ਕੀ ਆਗਿਆ ਵਿੱਚ ਰਹਿ ਕੇ ਸੇਵਾ ਕਰਦਾ ਹੈ, ਮਹਾਰਾਜ ਆਖ ਰਹੇ ਹਨ ਉਹਨੂੰ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਆਪਣੀ ਕਿਰਪਾ ਜਿਸ ਆਪ ਕਰੇ। ਜਿਨ੍ਹਾਂ ਤੇ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਨੇ ਆਪਣੀ ਕਿਰਪਾ ਕੀਤੀ ਹੈ,
ਪੂਰੇ ਸਤਿਗੁਰੂ ਜੀ ਨੇ ਜਿਨ੍ਹਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਿਆ ਹੈ। ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਉਹ ਸੇਵਕ ਬਣ ਕੇ ਗੁਰੂ ਕੀ ਮਤ ਲੈਂਦਾ ਹੈ, ਪ੍ਰਾਪਤ ਕਰ ਲੈਂਦਾ ਹੈ। ਹਿਰਦੇ ਵਿੱਚ ਧਾਰਨ ਕਰਨ ਰੂਪ ਗੁਰਮਤ ਅਨੁਸਾਰ ਜੀਵਨ ਨਿਰਵਾਹ ਕਰਨ ਰੂਪ ਮਹਾਰਾਜ ਸਾਹਿਬ ਜੀ ਤੋਂ ਚੰਗੀ ਮਤ ਪ੍ਰਾਪਤ ਕਰ ਲੈਂਦਾ ਹੈ। ਨਹੀਂ ਤੇ ਸਾਧ ਸੰਗਤ ਜੀ ਅਸੀਂ ਮਨ ਮਤਾਂ ਕਰਨੀਆਂ ਛੱਡਦੇ ਹੀ ਨਹੀਂ ਹਾਂ। ਜੋ ਵੀ ਮਨ ਵਿੱਚ ਆਉਂਦਾ ਉਸੇ ਤਰ੍ਹਾਂ ਹੀ ਕਰਨਾ ਜੋ ਮਨ ਨੂੰ ਚੰਗਾ ਲੱਗਦਾ ਹੈ। ਪਰ ਹਜੂਰ ਕਹਿੰਦੇ ਅਸਲ ਉਹ ਸੇਵਕ ਹੈ ਜਿਸ ਤੇ ਪ੍ਰਮਾਤਮਾ ਕਿਰਪਾ ਕਰ ਦਿੰਦਾ ਹੈ। ਮਹਾਰਾਜ ਸਾਹਿਬ ਜੀ ਦੀ ਚੰਗੀ ਮਤ ਹਿਰਦੇ ਅੰਦਰ ਵਸਾ ਲੈਂਦਾ ਹੈ, ਗੁਰਮਤ ਅਨੁਸਾਰ ਜੀਵਨ ਨਿਰਵਾਹ ਕਰਦਾ ਹੈ, ਉਹ ਜਾਣੋ ਕਿ ਸੇਵਕ ਹੈ। ਇਹ ਮਹਾਰਾਜ ਸਾਹਿਬ ਜੀ ਨੇ ਇਸ ਪੌੜੀ ਦੇ ਅੰਦਰ ਸੇਵਕ ਦੇ ਲੱਛਣ ਦਰਸਾਏ ਹਨ ਕਿ ਸੇਵਕ ਦੇ ਅੰਦਰ ਕਿਹੋ ਜਿਹੇ ਗੁਣ ਹੋਣੇ ਚਾਹੀਦੇ ਹੈ। ਮਹਾਰਾਜ ਕਹਿੰਦੇ ਗੁਰੂ ਕਿਰਪਾ ਦੁਆਰਾ ਹੀ ਗੁਰਮਤ ਨੂੰ ਧਾਰਨ ਕਰਦਾ ਹੈ। 20 ਵਿਸਵੇ ਗੁਰ ਕਾ ਮਨ ਮਾਨੈ। ਜੋ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਨਿਸ਼ਚੈ ਕਰਕੇ ਮੰਨਦਾ ਹੈ, ਨਿਸ਼ਚੈ ਕਰਕੇ ਕਿ ਮਹਾਰਾਜ ਜੋ ਆਪ ਜੀ ਦਾ ਉਪਦੇਸ਼ ਹੈ ਇਹ ਸੱਚਾ ਹੈ। ਔਰ ਇਸੇ ਪ੍ਰਕਾਰ ਸਾਧ ਸੰਗਤ ਜੀ ਜਿਨ੍ਹਾਂ ਦੇ 5 ਗਿਆਨ ਇੰਦਰੇ, 5 ਕਰਮ ਇੰਦਰੇ, ਫਿਰ 5 ਵਿਕਾਰ ਤੇ 5 ਵਿਸ਼ੇ, ਮਹਾਰਾਜ ਕਹਿੰਦੇ ਜਿਨ੍ਹਾਂ ਨੇ ਆਪਣੇ ਮਨ ਦੇ ਇਹਨਾਂ ਨੂੰ ਅਧੀਨ ਕਰ ਲੈਣਾ ਕੀਤਾ, ਕਿਉਂਕਿ ਇਹਨਾਂ ਦਾ ਸੁਭਾਅ ਹੈ ਕਿ ਮਨ ਨੂੰ ਆਪਣੇ ਅਧੀਨ ਕਰਕੇ ਰੱਖਦੇ ਹੈ। ਪਰ ਵਿਸ਼ੇ, ਵਿਕਾਰ, ਕਰਮ ਇੰਦਰੇ ਔਰ ਗਿਆਨ ਇੰਦਰੇ ਇਹਨਾਂ ਨੂੰ ਆਪਣੇ ਵਸੀਕਾਰ ਕਰਕੇ ਰੱਖਦਾ ਹੈ। ਸਮਦਮ ਸਾਧਨਾ ਦੁਆਰਾ ਇਹਨਾਂ ਨੂੰ ਆਪਣੇ ਵਸ ਵਿੱਚ ਕਰਕੇ ਰੱਖਦਾ ਹੈ। ਮਹਾਰਾਜ ਕਹਿੰਦੇ 20 ਵਿਸਵੇ ਗੁਰ ਕਾ ਮਨ ਮਾਨੈ। ਜਿਨ੍ਹਾਂ ਦਾ ਵਜਨ ਮਹਾਰਾਜ ਸਾਹਿਬ ਜੀ ਦਾ, ਜਿਨ੍ਹਾਂ ਦਾ ਮਨ ਗੁਰੂ ਕੇ ਬਚਨਾਂ ਨੂੰ ਮੰਨਣ ਦੇ ਵਿੱਚ ਮੰਨ ਗਿਆ, ਤਿਨਾਂ ਨੇ ਸਾਧ ਸੰਗਤ ਜੀ ਗਿਆਨ ਇੰਦਰੇ, ਕਰਮ ਇੰਦਰੇ, ਵਿਸ਼ੇ ਔਰ ਵਿਕਾਰ ਤਿਨਾਂ ਨੂੰ ਆਪਣੇ ਵਸ ਵਿੱਚ ਕਰ ਲਿਆ ਹੈ। ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਉਹ ਸੇਵਕ ਬਣ ਕੇ ਪਰਮੇਸ਼ਰ ਦੀ ਪ੍ਰਾਪਤੀ ਦੀ ਗਤੀ ਨੂੰ ਜਾਣ ਲੈਂਦਾ ਹੈ। ਤਿਨਾਂ ਨੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕੀਤੀ ਹੈ, ਜਿਨ੍ਹਾਂ ਨੇ ਗੁਰਮਤ ਨੂੰ ਧਾਰਨ ਕੀਤਾ, ਨਿਮਰਤਾਵਾਨ ਹੋ ਕੇ ਮਹਾਰਾਜ ਸਾਹਿਬ ਜੀ ਦੀ ਸੇਵਾ ਕਰਕੇ ਹਜੂਰ ਕਹਿੰਦੇ ਤਿਨਾਂ ਨੇ ਮੁਕਤੀ ਦੀ ਦਾਤ ਪਾ ਲਈ ਹੈ। ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ। ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਹੈ। ਉਹ ਪੂਰੇ ਸਤਿਗੁਰੂ ਜੀ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਹਨ, ਜਿਨ੍ਹਾਂ ਦੇ ਹਿਰਦੇ ਅੰਦਰ ਸਦਾ ਹੀ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਹੈ। ਅਨੇਕ ਬਾਰ ਗੁਰ ਕਉ ਬਲ ਜਾਓ। ਅਨੇਕਾਂ ਬਾਰ ਪੂਰੇ ਸਤਿਗੁਰੂ ਜੀ ਤੋਂ ਅਸੀਂ ਬਲਿਹਾਰ ਜਾਂਦੇ ਹਾਂ, ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਦਾ ਸੱਚਾ ਨਾਮ ਹੈ, ਔਰ ਸ਼ਰਨ ਵਿੱਚ ਆਏ ਹੋਏ ਸਿੱਖਾਂ ਨੂੰ ਨਾਮ ਦੀ ਦਾਤ ਹੀ ਵੰਡਦੇ ਹਨ। ਮਹਾਰਾਜ ਸਿੱਖ ਦੀ ਸ਼ਰਧਾ ਰੂਪ ਝੋਲੀ ਵਿੱਚ ਨਾਮ ਦੀ ਦਾਤ ਪਾਉਣ ਵਾਲੇ ਹੈ। ਐਸੇ ਮਹਾਰਾਜ ਸਾਹਿਬ ਜੀ ਤੋਂ ਬਲਿਹਾਰ ਜਾਣਾ ਚਾਹੀਦਾ ਹੈ। ਸਰਬ ਨਿਧਾਨ ਜੀ ਕਾ ਦਾਤਾ। ਜੋ ਸਭ ਖਜ਼ਾਨਿਆਂ ਦਾ, ਜੋ ਸ਼੍ਰੋਮਣੀ ਖਜ਼ਾਨਾ ਪਰਮੇਸ਼ਰ ਦਾ ਨਾਮ ਰੂਪੀ ਖਜ਼ਾਨਾ ਹੈ, ਸਰਬ ਨਿਧਾਨ ਜੀ ਕਾ ਦਾਤਾ। ਮਹਾਰਾਜ ਕਹਿੰਦੇ ਹਨ ਸੰਸਾਰ ਭਰ ਦੇ ਜਿੰਨੇ ਵੀ ਖਜ਼ਾਨੇ ਹਨ, ਇਹ ਸ਼ੁਭ ਗੁਣਾ ਰੂਪੀ ਖਜ਼ਾਨਾ ਵੀ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚੋਂ ਪ੍ਰਾਪਤ ਹੁੰਦਾ ਹੈ। ਜੋ ਕੋਈ ਮਾਈ ਭਾਈ ਸਿੱਖ ਸੇਵਕ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰ ਲੈਂਦਾ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਗੁਰੂ ਚਰਨਾਂ ਵਿੱਚੋਂ ਨਾਮ ਰੂਪੀ ਖਜ਼ਾਨਾ ਪਾ ਲੈਂਦਾ ਹੈ। ਇਸ ਪ੍ਰਕਾਰ ਜੋ ਸੰਸਾਰ ਭਰ ਦੇ ਜਿੰਨੇ ਵੀ ਸ਼ਾਹੀ ਖਜ਼ਾਨੇ ਹੈ, ਸ਼ੁਭ ਗੁਣਾਂ ਦੇ ਖਜ਼ਾਨੇ ਹਨ, ਨਾਮ ਰੂਪੀ ਸਭ ਤੋਂ ਅਮੋਲਕ ਤੇ ਪਰਮ ਖਜ਼ਾਨਾ ਹੈ। ਉਹ ਪੂਰੀ ਸਤਿਗੁਰੂ ਜੀ ਬਾਝੋਂ ਕਦੇ ਵੀ ਜੀਵ ਨੂੰ ਪ੍ਰਾਪਤ ਨਹੀਂ ਹੋਣ ਵਾਲਾ। ਸਰਬ ਨਿਧਾਨ ਜੀ ਕਾ ਦਾਤਾ। ਸਭ ਜੀਵਾਂ ਦੇ ਦਾਤੇ ਪੂਰੇ ਸਤਿਗੁਰੂ ਜੀ ਹਨ, ਕਦੇ ਵੀ ਕਿਸੇ ਜੀਵ ਦੇ ਨਾਲ ਵਿਤਕਰਾ ਨਹੀਂ ਕਰਦੇ। ਜੋ ਵੀ ਜੀਵ ਦੀ ਪਰਾਰਬਧ ਹੈ, ਜਿਹੋ ਜਿਹੇ ਕਰਮ ਹਨ, ਉਹਨਾਂ ਕਰਮਾਂ ਅਨੁਸਾਰ ਮਹਾਰਾਜ ਜ਼ਰੂਰ ਪਰ ਜ਼ਰੂਰ ਸਿੱਖ ਦੀ ਝੋਲੀ ਵਿੱਚ ਦਾਤ ਪਾ ਦਿੰਦੇ ਹੈ, ਕਿਉਂਕਿ ਸਭ ਜੀਵਾਂ ਦੇ ਦਾਤੇ ਸਭ ਨੂੰ ਦਾਤਾਂ ਪ੍ਰਦਾਨ ਕਰਨ ਵਾਲੇ ਹਨ। 8 ਪਹਿਰ ਪਾਰ ਬ੍ਰਹਮ ਰੰਗ ਰਾਤਾ। ਜੋ 8 ਪਹਿਰ ਪਾਰਾਂ ਵਾਰ ਤੋਂ ਰਹਿਤ ਬ੍ਰਹਮ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਰਤੇ ਰਹਿੰਦੇ ਹਨ।
ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਜਿਨ੍ਹਾਂ ਦਾ ਮਨ ਰੰਗਿਆ ਰਹਿੰਦਾ ਹੈ। ਬ੍ਰਹਮ ਮਹਿ ਜਨ ਜਨ ਮਹਿ ਪਾਰ ਬ੍ਰਹਮ। ਕਿਉਂਕਿ ਜੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਬ੍ਰਹਮ ਸਰੂਪ ਹੈ ਉਹ ਆਪਣੇ ਗੁਰੂ ਜਨਾਂ ਦੇ ਵਿੱਚ ਹੈ, ਔਰ ਜਿਹੜੇ ਗੁਰੂ ਜਨ ਹਨ ਉਹ ਬ੍ਰਹਮ ਦੇ ਵਿੱਚ ਲੀਨ ਹੋ ਕਰਕੇ ਰਹਿੰਦੇ ਹਨ। ਪ੍ਰਮਾਤਮਾ ਆਪਣੇ ਪਿਆਰਿਆਂ ਦੇ ਹਿਰਦੇ ਅੰਦਰ ਸਾਖਸ਼ਾਤ ਹੋ ਕਰਕੇ ਰਹਿੰਦਾ ਹੈ, ਔਰ ਵਾਹਿਗੁਰੂ ਦੇ ਪਿਆਰੇ ਜਨ ਸਦਾ ਹੀ ਪ੍ਰਮਾਤਮਾ ਦੇ ਵਿੱਚ ਲੀਨ ਹੋ ਕਰਕੇ ਰਹਿੰਦੇ ਹਨ। ਏਕ ਹੈ ਆਪ ਨਹੀਂ ਕਛ ਭਰਮ। ਇੱਕ ਨਿਸ਼ਚੈ ਕਰਕੇ ਜਾਣਦੇ ਹਨ ਕਿ ਸਾਡਾ ਆਪਣਾ ਸਰੂਪ ਇਹ ਸਵੈ ਸਰੂਪ ਹੀ ਪ੍ਰਮਾਤਮਾ ਦਾ ਸਰੂਪ ਹੈ। ਕੋਈ ਮਨ ਵਿੱਚ ਭਰਮ ਨਹੀਂ, ਕੋਈ ਸ਼ੰਕਾ ਨਹੀਂ ਕਿਸੇ ਪ੍ਰਕਾਰ ਦਾ ਵੀ ਕਿ ਮਹਾਰਾਜ ਇਹ ਆਤਮਾ ਹੀ ਪ੍ਰਮਾਤਮਾ ਦਾ ਰੂਪ ਹੈ। ਜੋ ਮਹਾਰਾਜ ਸਾਹਿਬ ਜੀ ਦੀ ਸਿੱਖਿਆ ਨੂੰ ਜੀਵਨ ਵਿੱਚ ਵਸਾ ਲੈਂਦੇ ਹੈ, ਹਜੂਰ ਕਹਿੰਦੇ ਹਨ, ਉਹ ਫਿਰ ਨਿਸ਼ਚੈ ਕਰਕੇ ਸਵੈ ਸਰੂਪ ਦੀ ਪਹਿਚਾਣ ਕਰ ਲੈਂਦੇ ਹਨ। ਜਿਵੇਂ ਸਤਿਗੁਰੂ ਜੀ ਦਾ ਫਰਮਾਨ ਆਉਂਦਾ ਹੈ ਨਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨ ਹਰ ਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਣ। ਹੇ ਮਨਾ ਪ੍ਰਮਾਤਮਾ ਤੇਰੇ ਨਾਲ ਹੀ ਵਸਦਾ ਹੈ। ਗੁਰਮਤਿ ਦਾ ਧਾਰਨੀ ਬਣ ਕੇ ਵਾਹਿਗੁਰੂ ਦੇ ਪਰਮ ਆਨੰਦ ਨੂੰ ਮਾਣ, ਕਿਉਂਕਿ ਵਾਹਿਗੁਰੂ ਤੇਰੇ ਤੋਂ ਦੂਰ ਨਹੀਂ ਵਸਦਾ, ਸਦਾ ਹੀ ਪ੍ਰਮਾਤਮਾ ਤੇਰੇ ਨਿਕਟ ਹੈ। ਇਥੋਂ ਤੱਕ ਕਿ ਤੇਰੇ ਹੱਥਾਂ ਪੈਰਾਂ ਇੰਦਰੀਆਂ ਤੋਂ ਵੀ ਉਹ ਪ੍ਰਮਾਤਮਾ ਨੇੜੇ ਵਸਦਾ ਹੈ। ਪਰ ਜਿਨ੍ਹਾਂ ਨੇ ਨਿਸ਼ਚੈ ਕਰਕੇ ਜਾਣਿਆ, ਮਹਾਰਾਜ ਕਹਿੰਦੇ ਉਹਨਾਂ ਨੇ ਆਪ ਮੁਹਾਰੇ ਹੋ ਕਰਕੇ ਇਹ ਬਚਨ ਕੀਤੇ ਹੈ, ਕਹਿ ਰਵਿਦਾਸ ਹਾਥ ਪੈ ਨੇਰਾ ਸਹਿਜੇ ਹੋਏ ਸੋ ਹੋਈ, ਕਿ ਪ੍ਰਮਾਤਮਾ ਇੰਨੀ ਸਾਡੇ ਨਜ਼ਦੀਕ ਹੈ ਕਿ ਹੱਥਾਂ ਪੈਰਾਂ ਇੰਦਰੀਆਂ ਤੋਂ ਵੀ ਪਰਮੇਸ਼ਰ ਨੇੜੇ ਹੈ। ਇਸ ਲਈ ਪਾਤਸ਼ਾਹ ਜੀ ਫਰਮਾਨ ਕਰ ਰਹੇ ਹੈ, ਇੱਕ ਹੈ ਆਪ ਨਹੀਂ ਕਛ ਭਰਮ, ਕਿ ਕਿਸੇ ਪ੍ਰਕਾਰ ਦਾ ਮਰ ਤੇ ਭਰਮ ਰੂਪੀ ਪੜਦਾ ਨਹੀਂ ਉਹ ਪਾ ਕਰਕੇ ਰੱਖਦੇ। ਗੁਰੂ ਕਿਰਪਾ ਦੇ ਪਾਤਰ ਬਣ ਕੇ ਸਭ ਭਰਮ ਨਿਵਰਤ ਕਰ ਦਿੰਦੇ ਹਨ। ਸਹਸ ਸਿਆਣਪ ਲਿਆ ਨਾ ਜਾਈਐ। ਇਹ ਮਹਾਰਾਜ ਕੋਈ ਬੜਾ ਹੀ ਸਿਆਣਪਾਂ ਵਾਲਾ ਹੋਵੇ ਉਹ ਤਾਂ ਪਰਮੇਸ਼ਰ ਨੂੰ ਪਾ ਹੀ ਲੈਂਦਾ ਹੋਵੇਗਾ, ਪਰ ਹਜੂਰ ਕਹਿੰਦੇ ਭਾਵੇਂ 2-4 ਨਹੀਂ ਸੈਂਕੜੇ ਹਜ਼ਾਰਾਂ ਹੀ ਸਿਆਣਪਾਂ ਕਿਸੇ ਦੇ ਕੋਲ ਹੋਣ ਹਾਂ, ਉਹ ਫਿਰ ਵੀ ਵਾਹਿਗੁਰੂ ਜੀ ਦੇ ਸਰੂਪ ਨੂੰ ਨਹੀਂ ਪਾ ਸਕਦਾ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਮਹਾਰਾਜ ਆਪਣੇ ਮਨ ਨੂੰ ਸੰਬੋਧਨ ਕਰਦੇ ਸਾਨੂੰ ਉਪਦੇਸ਼ ਦਿੰਦੇ ਹੈ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਹੇ ਮੇਰੇ ਪਿਆਰੇ ਮਨਾ, ਐਵੇਂ ਕਿਤੇ ਧੋਖੇ ਵਿੱਚ ਨਾ ਰਹਿ ਜਾਵੀਂ ਕਿ ਮੈਂ ਸਿਆਣਪਾਂ ਚਤੁਰਾਈਆਂ ਚਲਾਕੀਆਂ ਦੇ ਨਾਲ ਰੱਬ ਨੂੰ ਪਾ ਲਵਾਂਗਾ। ਇਹ ਨਹੀਂ ਕਦੇ ਹੋਇਆ, ਨਾ ਕਦੇ ਕੋਈ ਪਾ ਸਕੇਗਾ। ਇਸ ਕਰਕੇ ਪਾਤਸ਼ਾਹ ਕਹਿੰਦੇ ਸਹਿਸ ਸਿਆਣਪ ਲਿਆ ਨਾ ਜਾਈਐ। ਭਾਵੇਂ ਆਪਣੀਆਂ ਸਿਆਣਪਾਂ ਚਤੁਰਾਈਆਂ ਚਲਾਕੀਆਂ ਕਰਕੇ ਹਜ਼ਾਰਾਂ ਲੱਖਾਂ ਵਾਰ ਯਤਨ ਕਰ ਲਵੇ, ਪਰ ਪਰਮੇਸ਼ਰ ਦੇ ਨਾਲ ਕੋਈ ਸਿਆਣਪ ਨਹੀਂ ਚੱਲਦੀ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਗਰੀਬ ਨਵਾਜ ਮਹਾਰਾਜ ਕਹਿੰਦੇ ਉਹ ਵਾਹਿਗੁਰੂ ਨੂੰ ਨਿਮਰਤਾਵਾਨ ਹੋ ਕਰਕੇ ਪਾਈਦਾ ਹੈ। ਜਿਨ੍ਹਾਂ ਨੇ ਆਪਾ ਭਾਵ ਅਭਾਵ ਕਰ ਲਿਆ, ਆਪ ਗਵਾਈਐ ਤਾਂ ਸਹੁ ਪਾਈਐ, ਔਰ ਕੈਸੀ ਚਤੁਰਾਈ। ਹੋਰ ਚਤੁਰਾਈਆਂ ਭਲਾ ਕੀ ਹੋਈਆਂ, ਨਿਮਰਤਾ ਦੇ ਨਾਲ ਹੀ ਵਾਹਿਗੁਰੂ ਨੂੰ ਪਾਈਦਾ ਹੈ। ਨਾਨਕ ਐਸਾ ਗੁਰ ਵਡਭਾਗੀ ਪਾਈਐ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਐਸੇ ਪੂਰੇ ਸਤਿਗੁਰੂ ਜੀ ਜੋ ਵਿਛੜਿਆ ਹੋਇਆਂ ਨੂੰ ਪਰਮਾਤਮਾ ਦੇ ਨਾਲ ਮਿਲਾਉਣ ਵਾਲੇ ਹਨ। ਵੱਡਿਆਂ ਭਾਗਾਂ ਕਰਕੇ ਉਹਨਾਂ ਸਤਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਜਿਨ ਮਸਤਕ ਤੁਰ ਹਰ ਲਿਖਿਆ ਤਿਨਾਂ ਸਤਿਗੁਰ ਮਿਲਿਆ ਰਾਮ ਰਾਜੇ। ਤਿਨਾਂ ਨੂੰ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਹੋਈ ਹੈ, ਜਿਨ੍ਹਾਂ ਦੇ ਮਸਤਕ ਦੇ ਤੁਰੋਂ ਹੀ ਵਾਹਿਗੁਰੂ ਨੇ ਲੇਖ ਲਿਖ ਕਰਕੇ ਪਾਏ ਹਨ। ਸਫਲ ਦਰਸ਼ਨ ਪੇਖਤ ਪੁਨੀਤ। ਪੂਰੇ ਸਤਿਗੁਰੂ ਜੀ ਦੇ ਦਰਸ਼ਨ ਗਿਆਨ ਫਲਾਂ ਦੀ ਸਹਿਤ ਹਨ। ਜੋ ਸਿੱਖ ਪਿਆਰ ਦੇ ਨਾਲ ਮਹਾਰਾਜ ਸਾਹਿਬ ਜੀ ਦੇ ਦੀਦਾਰ ਕਰਦਾ ਹੈ, ਹਜੂਰ ਕਹਿੰਦੇ ਉਹ ਭਾਵੇਂ ਪਾਪੀ ਵੀ ਹੋਵੇ ਉਹ ਵੀ ਪਵਿੱਤਰ ਹੋ ਜਾਂਦਾ ਹੈ, ਉਹਦਾ ਹਿਰਦਾ ਵੀ ਨਿਰਮਲ ਹੋ ਜਾਂਦਾ ਹੈ ਜੇ ਪਿਆਰ ਨਾਲ ਸਤਿਗੁਰੂ ਜੀ ਦੇ ਦਰਸ਼ਨ ਕਰ ਲੈਂਦਾ ਹੈ। ਪਰ ਸਤ ਚਰਨ ਗਤ ਨਿਰਮਲ ਰੀਤ। ਜੋ ਮਹਾਰਾਜ ਸਾਹਿਬ ਜੀ ਦੇ ਚਰਨ ਪਰਸ ਲੈਂਦਾ ਹੈ ਉਹ ਪਰਮੇਸ਼ਰ ਦੀ ਪ੍ਰਾਪਤੀ ਦੀ ਉਜਲ ਮਰਜ਼ਾਦਾ ਨੂੰ ਪਾ ਲੈਂਦਾ ਹੈ। ਕਿਉਂਕਿ ਸਾਧ ਸੰਗਤ ਜੀ ਗੁਰੂ ਸ਼ਰਨ ਧਾਰਨ ਕਰ ਲੈਣੀ, ਪਰ ਵਾਹਿਗੁਰੂ ਦੀ ਪ੍ਰਾਪਤੀ ਦੀ ਜੁਗਤੀ ਨਾ ਪ੍ਰਾਪਤ ਹੋਣੀ, ਫਿਰ ਵੀ ਕਦੇ ਜੀਵਨ ਦੀ ਸਫਲਤਾ ਨਹੀਂ ਹੋ ਸਕਦੀ। ਜੇ ਮਹਾਰਾਜ ਸਾਹਿਬ ਜੀ ਦੇ ਚਰਨ ਪਰਸਦਾ ਹੈ,
ਸਤਿਗੁਰੂ ਜੀ ਦੀ ਸਿੱਖਿਆ ਨੂੰ ਜੀਵਨ ਦੇ ਵਿੱਚ ਕਮਾਉਂਦਾ ਹੈ, ਪਰਮੇਸ਼ਰ ਦੀ ਪ੍ਰਾਪਤੀ ਦੀ ਮਰਜ਼ਾਦਾ ਸਮਝ ਲੈਂਦਾ, ਤਾਂ ਜੀਵਨ ਦੀ ਸਫਲਤਾ ਹੁੰਦੀ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਹਨ, ਪਰ ਸਤ ਚਰਨ ਗਤ ਨਿਰਮਲ ਰੀਤ। ਇਹ ਜੀਵ ਵਾਹਿਗੁਰੂ ਦੀ ਪ੍ਰਾਪਤੀ ਦੀ, ਦੁਨੀਆ ਦੇ ਬੰਧਨਾਂ ਤੋਂ ਆਜ਼ਾਦ ਗਤੀ ਮੁਕਤੀ ਪਾਉਣ ਦੀ ਜਿਹੜੀ ਰੀਤੀ ਹੈ ਨਾ, ਸਤਿਗੁਰੂ ਜੀ ਦੇ ਚਰਨ ਪਰਸਨੇ ਕਰਕੇ ਪ੍ਰਾਪਤ ਹੁੰਦੀ ਹੈ। ਭੇਟਤ ਸੰਗ RAM ਗੁਣ ਰਵੇ। ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਦਾ ਸੰਗ ਪ੍ਰਾਪਤ ਕੀਤਾ, ਭੇਟਤ ਕਹੀਏ ਤੇ ਮਿਲਾਪ, ਜਿਨ੍ਹਾਂ ਨੇ ਗੁਰੂ ਚਰਨਾਂ ਦੇ ਨਾਲ ਮਿਲਾਪ ਕਰ ਲਿਆ, ਮਨ ਕਰਕੇ ਮਹਾਰਾਜ ਸਾਹਿਬ ਜੀ ਦੇ ਜੋ ਚਰਨਾਂ ਵਿੱਚ ਮਿਲ ਗਏ ਹੈ, ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਉਚਾਰਨ ਕਰਦੇ ਹੈ, ਪ੍ਰੀਤ ਰੂਪ ਰਸਨਾ ਦੇ ਨਾਲ ਪ੍ਰਮਾਤਮਾ ਦੇ ਗੁਣ ਗਾਉਂਦੇ ਹਨ। ਪਾਰ ਬ੍ਰਹਮ ਕੀ ਦਰਗਹ ਗਵੇ। ਉਹ ਅਕਾਲ ਪੁਰਖ ਵਾਹਿਗੁਰੂ ਜੋ ਪਾਪਾਂ ਪੁੰਨਾਂ ਤੋਂ ਪਰੇ ਹੈ, ਬ੍ਰਹਮ ਸਰੂਪ ਹੈ, ਉਸ ਵਾਹਿਗੁਰੂ ਦੇ ਘਰ ਦੇ ਵਿੱਚ ਤਿਨਾਂ ਦਾ ਗਵੇ ਗਵਨ ਹੋ ਗਿਆ ਹੈ। ਪ੍ਰਮਾਤਮਾ ਦੇ ਘਰ ਦੇ ਵਿੱਚ ਵੀ ਤਿਨਾਂ ਦਾ ਜਸ ਗਾਇਆ ਜਾਂਦਾ ਹੈ, ਜੋ ਸੰਸਾਰ ਦੇ ਵਿੱਚ ਜੀਵਨ ਕਾਲ ਦੌਰਾਨ ਪਰਮੇਸ਼ਰ ਦੇ ਗੁਣ ਗਾਉਂਦੇ ਹਨ। ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾਇਆ, ਕਦੇ ਵੀ ਗੁਰੂ ਕੇ ਬਚਨਾਂ ਦੀ ਉਲੰਘਣਾ ਨਹੀਂ ਕੀਤੀ, ਮਨ ਬਾਣੀ ਸਰੀਰ ਕਰਕੇ ਸਤਿਗੁਰੂ ਜੀ ਦੀ ਸਨਮੁਖ ਹੋ ਕਰਕੇ ਰਹੇ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ, ਪਾਰ ਬ੍ਰਹਮ ਕੀ ਦਰਗਹ ਗਵੇ। ਉਹਨਾਂ ਦਾ ਰੱਬ ਦੇ ਘਰ ਦੇ ਵਿੱਚ ਵੀ ਜਸ ਗਾਇਆ ਜਾਂਦਾ ਹੈ। ਉੱਥੇ ਤਾਂ ਫਿਰ ਓਏ ਕਰਕੇ ਨਹੀਂ, ਆਓ ਜੀ ਭਗਤ ਜੀ, ਗੁਰਮੁਖ ਜੀ, ਸੰਤ ਜੀ, ਮਹਾਂਪੁਰਖ ਜੀ, ਕਹਿੰਦੇ ਫਿਰ ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਰੇ ਰੇ ਦਰਗਹ ਕਹੈ ਨ ਕੋ, ਆਓ ਬੈਠ ਆਦਰ ਸੁਭ ਦੇਵ। ਬੜਾ ਸਤਿਕਾਰ ਹੁੰਦਾ ਹੈ। ਸੁਨ ਕਰ ਬਚਨ ਕਰਨ ਆਗਾਨੇ। ਜਿਨ੍ਹਾਂ ਨੇ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੁਆਰਾ ਮਹਾਰਾਜ ਸਾਹਿਬ ਜੀ ਦੇ ਬਚਨ ਸੁਣੇ ਹਨ, ਤਿਨਾਂ ਦੇ ਮਹਾਰਾਜ ਕਹਿੰਦੇ ਕਰਨ ਜਿਹੜੇ ਕੰਨ ਆ ਨਾ, ਤ੍ਰਿਪਤ ਹੋ ਗਏ ਹੈ। ਦੁਨੀਆ ਦੀਆਂ ਗੱਲਾਂ ਸੁਣਨੇ ਨੂੰ ਹੁਣ ਚੇਤੀ ਨਹੀਂ ਕਰਦਾ, ਨਹੀਂ ਤਾਂ ਕੰਨਾਂ ਦਾ ਸੁਭਾਅ ਹੁੰਦਾ ਦੁਨਿਆਵੀ ਗੱਲਾਂ ਸੁਣਨ ਦਾ ਹੀ ਬਾਰ-ਬਾਰ ਰਸ ਲੈਂਦੇ ਰਹਿੰਦੇ ਹੈ। ਕਿਉਂਕਿ ਇਕੱਲਾ ਜ਼ੁਬਾਨ ਦਾ ਰਸ ਨਹੀਂ ਹੈ, ਅੱਖਾਂ ਦਾ ਦੇਖਣ ਦਾ ਰਸ ਹੈ, ਜ਼ੁਬਾਨ ਦਾ ਪਰਾਈ ਨਿੰਦਿਆ ਬੋਲਣ ਦਾ ਰਸ ਹੈ, ਕੰਨਾਂ ਦਾ ਸੁਣਨ ਦਾ ਰਸ ਹੈ। ਤਾਂ ਹੀ ਤਾਂ ਮਹਾਰਾਜ ਕਹਿੰਦੇ ਹਨ, ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਇਹ ਜੀਵ ਦੁਨੀਆ ਦੇ ਫਿੱਕੇ ਰਸਾਂ ਨੂੰ ਮਾਇਆ ਕੇ, ਮਾਇਆ ਦੇ ਰਸਾਂ ਨੂੰ ਧਾਰਨ ਕਰੀ ਬੈਠਾ, ਤੇਰੇ ਹਿਰਦੇ ਅੰਦਰ ਨਾਮ ਕਿੱਥੋਂ ਵਸ ਜਾਵੇਗਾ। ਇਹ ਜਿੰਨੇ ਵੀ ਸੰਸਾਰ ਭਰ ਦੇ ਰਸ ਹਨ, ਤਿੰਨਾਂ ਤੋਂ ਉਪਰਾਮ ਹੋ ਤਾਂ ਵਾਹਿਗੁਰੂ ਦਾ ਨਾਮ ਰਸ ਪ੍ਰਾਪਤ ਹੋਣ ਵਾਲਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਖ ਰਹੇ ਨੇ, ਸੁਨ ਕਰ ਬਚਨ ਕਰਨ ਆਗਾਨੇ। ਆਗਾਨੇ ਕਹੀਏ ਕਿ ਤ੍ਰਿਪਤ ਹੋ ਗਏ ਹੈ, ਰੱਜ ਗਏ ਹੈ। ਦੁਨੀਆ ਦੀਆਂ ਗੱਲਾਂ ਸੁਣਨੇ ਨੂੰ ਹੁਣ ਕੰਨਾਂ ਦਾ ਚੇਤ ਹੀ ਨਹੀਂ ਕਰਦਾ। ਹੁਣ ਕਹਿੰਦੇ ਨੇ ਕਿ ਸੰਸਾਰ ਦੀਆਂ ਗੱਲਾਂ ਸੁਣੀਏ, ਹੁਣ ਕੇਵਲ ਪਰਮੇਸ਼ਰ ਦੇ ਨਾਮ ਨੂੰ ਸੁਣਦੇ ਹਨ, ਕੇਵਲ ਵਾਹਿਗੁਰੂ ਦਾ ਜਸ ਹੀ ਸਰਵਣ ਕਰਦੇ ਹਨ। ਮਨ ਸੰਤੋਖ ਆਤਮ ਪਤਿਆਨੇ। ਹਜੂਰ ਕਹਿੰਦੇ ਜਿਨ੍ਹਾਂ ਦਾ ਮਨ ਸੰਤੋਖਿਆ ਗਿਆ, ਜਿਨ੍ਹਾਂ ਨੂੰ ਹਿਰਦੇ ਕਰਕੇ ਸਬਰ ਸੰਤੋਖ ਦੀ ਦਾਤ ਮਿਲ ਗਈ ਹੈ, ਤਿਨਾਂ ਦੇ ਅੰਤਰਾਤਮੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਖਸ਼ਾਤ ਹੋ ਗਿਆ। ਪ੍ਰਮਾਤਮਾ ਉਹਨਾਂ ਤੇ ਪਸੀਜ ਗਿਆ, ਤਿਨਾਂ ਦੇ ਹਿਰਦੇ ਦਾ ਪਿਆਰ ਦੇਖ ਕਰਕੇ ਪ੍ਰਸੰਨ ਹੋਇਆ ਹੈ। ਭਾਵੇਂ ਮਨੁੱਖ ਕਿੰਨਾ ਯਤਨ ਕਰਦਾ, ਸਾਧ ਸੰਗਤ ਜੀ ਦੁਨੀਆ ਦੇ ਬਹੁਤ ਵੱਡੇ ਵੱਡੇ ਸਾਧਨ ਹਨ, ਸੰਸਾਰ ਭਰ ਦੇ ਬਹੁਤ ਸਾਰੇ ਉਗਤੀਆਂ ਯੁਗਤੀਆਂ, ਕੋਈ ਜਲ ਧਾਰਾ, ਕੋਈ ਤਪ ਸਾਧਨਾ ਕਰਦਾ, ਕੋਈ ਕਪਾਲੀ ਆਸਣ ਆਦਿਕ ਲਾਉਂਦਾ ਰੱਬ ਨੂੰ ਪ੍ਰਸੰਨ ਕਰਨ ਦੇ ਲਈ। ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਅੰਤਰਜਾਮੀ ਹੈ। ਇਹ ਜੀਵ ਸੰਸਾਰ ਨੂੰ ਧੋਖਾ ਦੇ ਸਕਦਾ, ਕਦੇ ਪ੍ਰਮਾਤਮਾ ਦੀ ਅੱਖੀਂ ਘੱਟਾ ਨਹੀਂ ਪਾ ਸਕਦਾ। ਹਜੂਰ ਨੇ ਫਰਮਾਨ ਕੀਤਾ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿਨ ਅੰਤਰ ਕਪਟ ਵਿਕਾਰ ਹੈ, ਤਿਨਾ ਰੋਏ ਕਿਆ ਕੀਜੈ। ਹਰ ਕਰਤਾ ਸਭ ਕਿਛ ਜਾਣਦਾ, ਸਿਰ ਰੋਗ ਹੱਥ ਦੀਜੈ। ਉਹ ਅੰਤਰਜਾਮੀ ਕਰਨਹਾਰਾ ਪ੍ਰਮਾਤਮਾ ਜਾਣਦਾ ਹੈ। ਭਾਵੇਂ ਵੇਦਾਂ ਦਾ ਪਾਠ ਕਰਕੇ ਦੇਖ ਲੈ, ਪੁਰਾਣਾਂ ਨੂੰ ਵਾਚ ਕੇ ਦੇਖ ਲੈ, ਸ਼ਾਸਤਰ ਪੜ੍ਹ ਪੜ੍ਹ ਕੇ ਬਾਰ-ਬਾਰ ਦੇਖ ਲੈ। ਮਹਾਰਾਜ ਕਹਿੰਦੇ ਜਿੰਨਾ ਚਿਰ ਹਿਰਦੇ ਅੰਦਰ ਸੱਚਾ ਪਿਆਰ ਨਹੀਂ ਧਾਰਨ ਕਰਦਾ, ਹਿਰਦੇ ਅੰਦਰ ਜਿੰਨਾ ਚਿਰ ਛਲ ਤੇ ਕਪਟ ਧਾਰਨ ਕਰਕੇ ਰੱਖਦਾ, ਪਰਮੇਸ਼ਰ ਨੂੰ ਕਦੇ ਪ੍ਰਸੰਨ ਨਹੀਂ ਕਰ ਸਕੇਗਾ। ਇਸ ਕਰਕੇ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ, ਮਨ ਸੰਤੋਖ ਆਤਮ ਪਤਿਆਨੇ।
ਜਦੋਂ ਤੱਕ ਮਹਾਰਾਜ ਕਹਿੰਦੇ ਹਿਰਦੇ ਅੰਦਰ ਸਬਰ ਸੰਤੋਖ ਨਹੀਂ ਹੁੰਦਾ, ਪਰਮਾਤਮਾ ਵੀ ਕਦੇ ਪਸੀਜਦਾ ਨਹੀਂ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਨੇ ਸਬਰ ਸੰਤੋਖ ਦੀ ਦਾਤ ਬਖਸ਼ੀ ਹੈ, ਉਹਨਾਂ ਤੇ ਪ੍ਰਮਾਤਮਾ ਨੇ ਮਿਹਰ ਕੀਤੀ ਹੈ, ਵਾਹਿਗੁਰੂ ਨੇ ਤਰਸ ਕੀਤਾ ਹੈ, ਪ੍ਰਮਾਤਮਾ ਤਿਨਾਂ ਤੇ ਪ੍ਰਸੰਨ ਹੋਇਆ ਹੈ। ਪੂਰਾ ਗੁਰ ਅਖਿਓ ਜਾ ਕਾ ਮੰਤਰ। ਪੂਰੇ ਸਤਿਗੁਰੂ ਜੀ ਹਨ ਜੋ ਪੂਰੇ ਪ੍ਰਮਾਤਮਾ ਦਾ ਰੂਪ ਹਨ, ਜੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਜਾਗਦੀ ਜੋਤ ਹੈ। ਤਿਨਾਂ ਦਾ ਜੋ ਮੰਤਰ ਬਚਨ ਹੈ, ਵਾਹਿਗੁਰੂ ਨਾਮ ਰੂਪੀ ਮੰਤਰ ਹੈ, ਉਹ ਅਖਿਓ ਕਦੇ ਵੀ ਖੈ ਹੋਣ ਵਾਲਾ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੋ ਨਾਮ ਦੀ ਦਾਤ ਬਖਸ਼ਿਸ਼ ਕਰਦੇ, ਉਹਦਾ ਪ੍ਰਤਾਪ ਸਾਧ ਸੰਗਤ ਜੀ ਕਦੇ ਵੀ ਘਟਦਾ ਨਹੀਂ ਹੈ। ਦੁਨੀਆ ਦੇ ਮੰਤਰਾਂ ਦਾ ਪ੍ਰਤਾਪ ਘਟ ਜਾਂਦਾ ਹੈ, ਉਹਨਾਂ ਦੀ ਸ਼ਕਤੀ ਤੇ ਇਹਨਾਂ ਦਾ ਬਲ ਘਟ ਜਾਂਦਾ ਹੈ, ਪਰ ਵਾਹਿਗੁਰੂ ਮੰਤਰ ਦੇ ਪ੍ਰਤਾਪ ਇੰਨੀ ਸ਼ਕਤੀ ਹੈ ਕਦੇ ਵੀ ਘਟਦੀ ਨਹੀਂ ਹੈ। ਦੁਨੀਆ ਦੇ ਮੰਤਰ ਕੋਈ ਕੰਨਾਂ ਵਿੱਚ ਦਿੰਦਾ, ਕੋਈ ਫੂਕਾ ਮਾਰ ਕੇ, ਕੋਈ ਪੁੜੀਆਂ ਵਿੱਚ ਬੰਨ੍ਹ ਕੇ ਦਿੰਦਾ, ਤੇ ਜੋ ਕੰਨਾਂ ਵਿੱਚ ਮੰਤਰ ਦਿੰਦੇ ਤੇ ਨਾਲ ਇਹ ਕਹਿੰਦੇ ਜੇ ਕਿਸੇ ਨੂੰ ਮੰਤਰ ਦੱਸੇ ਤੇ ਇਹਦਾ ਪ੍ਰਤਾਪ ਘਟ ਜਾਣਾ ਹੀ। ਪਰ ਸਾਧ ਸੰਗਤ ਜੀ ਜੋ ਪੂਰੇ ਸਤਿਗੁਰੂ ਜੀ ਨਾਮ ਮੰਤਰ ਦੀ ਦਾਤ ਬਖਸ਼ਦੇ ਆ, ਹਜੂਰ ਕਹਿੰਦੇ ਕਦੇ ਵੀ ਖੈ ਨਹੀਂ ਹੁੰਦਾ, ਕਦੇ ਵੀ ਉਹਦਾ ਪ੍ਰਤਾਪ ਘਟਦਾ ਨਹੀਂ ਹੈ। ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਪੂਰੇ ਸਤਿਗੁਰੂ ਜੀ ਜਿਸ ਜੀਵ ਦੇ ਉੱਪਰ ਅੰਮ੍ਰਿਤਮਈ ਦ੍ਰਿਸ਼ਟੀ ਦੇ ਨਾਲ ਤੱਕਦੇ ਆ ਨਾ, ਉਹ ਫਿਰ ਸੰਤ ਬਣ ਜਾਂਦਾ ਹੈ, ਉਹ ਸ਼ਾਂਤ ਚਿੱਤ ਵਾਲਾ ਹੋ ਜਾਂਦਾ ਹੈ, ਉਹ ਸਵਾਸ ਗਰਾਸ ਰੱਬ ਨੂੰ ਚੇਤੇ ਕਰਨ ਵਾਲਾ ਬਣ ਜਾਂਦਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਰ ਦੇ ਵਿੱਚ ਚਿਰ ਦੀ ਬਿਰਤੀ ਕਰਕੇ ਸਮਾਇਆ ਰਹਿੰਦਾ ਹੈ, ਜਿਸ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦ੍ਰਿਸ਼ਟੀ ਕਰਕੇ ਹਿਰਦੇ ਦੇ ਸਾਰੇ ਔਗਣ ਕੱਟ ਦਿੰਦੇ ਹਨ, ਆਪਣੇ ਚਰਨਾਂ ਦੇ ਨਾਲ ਜਿਸ ਨੂੰ ਜੋੜ ਲੈਂਦੇ ਹਨ। ਗੁਣ ਬੇਅੰਤ ਕੀਮਤ ਨਹੀਂ ਪਾਏ। ਪਰਮਾਤਮਾ ਦੇ ਬੇਅੰਤ ਗੁਣ ਹਨ, ਸਾਡੀ ਜੇਬਾ ਇੱਕ ਹੈ। ਮਹਾਰਾਜ ਕਹਿੰਦੇ ਵਾਹਿਗੁਰੂ ਦੇ ਗੁਣਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ, ਇੰਨੇ ਜ਼ਿਆਦਾ ਗੁਣ ਹੈ ਕਦੇ ਕਥਨ ਕੀਤੇ ਹੀ ਨਹੀਂ ਜਾ ਸਕਦੇ। ਨਾਨਕ ਜਿਸ ਭਾਵੈ ਤਿਸ ਲਏ ਮਿਲਾਏ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਨੂੰ ਜਿਸ ਜੀਵ ਦੇ ਹਿਰਦੇ ਦਾ ਪਿਆਰ ਭਾ ਜਾਂਦਾ ਹੈ, ਉਸ ਨੂੰ ਆਪਣੇ ਸਰੂਪ ਦੇ ਵਿੱਚ ਮਿਲਾ ਲੈਂਦਾ ਹੈ। ਜਿਹਬਾ ਏਕ ਉਸਤਤ ਅਨੇਕ। हे ਪ੍ਰਮਾਤਮਾ ਜੀ ਸਾਡੀ ਰਸਨਾ ਇੱਕ ਹੈ, ਜ਼ੁਬਾਨ ਇੱਕ ਹੈ, ਪਰ ਆਪ ਜੀ ਦੇ ਗੁਣ ਬੇਅੰਤ ਹਨ। ਮਹਾਰਾਜ ਕਿੰਨੇ ਕੁ ਗੁਣ ਆਪ ਜੀ ਦੇ ਕਥਨ ਕਰ ਸਕਦੇ ਆ, ਇੰਨੀ ਵੱਡੀ ਆਪ ਜੀ ਦੀ ਉਸਤਤ ਹੈ। ਬੇਅੰਤ ਮਹਾਰਾਜ ਸਭ ਤੋਂ ਪਰਮ ਤੇ ਵੱਡੀ ਆਪ ਜੀ ਦੀ ਉਸਤਤ ਹੈ। ਸਤਿਪੁਰਖ ਪੂਰਨ ਵਿਵੇਕ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਅਕਾਲ ਪੁਰਖ ਜੀ ਨੂੰ ਸੱਚ ਜਾਣਦੇ ਆ ਕਿ ਤਿੰਨਾਂ ਕਾਲਾਂ ਦੇ ਵਿੱਚ ਪਰਮਾਤਮਾ ਸੱਚਾ ਹੈ, ਉਹਨਾਂ ਦੇ ਚਿਰ ਦੀ ਬਿਰਤੀ ਨੂੰ ਵਾਹਿਗੁਰੂ ਨੇ ਆਪਣੇ ਵਿੱਚ ਲੀਨ ਕੀਤਾ ਹੈ। ਬਿਬ ਏਕ, ਉਹਨਾਂ ਨੇ ਜੀਵ ਈਸ਼ ਦੀ ਏਕਤਾ ਬਣਾ ਲਈ ਹੈ। ਹਿਰਦੇ ਵਿੱਚੋਂ ਦੁਬਦਾ ਦੁੰਦਵਾਦ ਖਤਮ ਕਰ ਦਿੱਤਾ ਹੈ। ਕਾਹੂ ਬੋਲ ਨਾ ਪਹੁੰਚਤ ਪ੍ਰਾਨੀ। ਇਹ ਪ੍ਰਾਣਾ ਧਾਰੀ ਜੀਵ ਸੰਸਾਰ ਦੇ ਅੰਦਰ ਜਿੰਨੇ ਮਰਜੀ ਕੋਈ ਤਰ੍ਹਾਂ ਤਰ੍ਹਾਂ ਦੇ ਬੋਲ ਕਰਕੇ ਦੇਖ ਲੈ, ਪਰ ਪ੍ਰਮਾਤਮਾ ਤੱਕ ਤੇਰੀ ਪਹੁੰਚ ਨਹੀਂ ਹੋ ਸਕੇਗੀ ਜਦੋਂ ਤੱਕ ਵਾਹਿਗੁਰੂ ਦਾ ਭਜਨ ਨਹੀਂ ਕਰੇਗਾ, ਜਦੋਂ ਤੱਕ ਰੱਬੀ ਯਾਦ ਵਿੱਚ ਨਹੀਂ ਜੁੜੇਗਾ, ਪ੍ਰਮਾਤਮਾ ਦੀ ਬੰਦਗੀ ਨਾ ਕਰੇਗਾ, ਉਦੋਂ ਤੱਕ ਜਿੰਨੇ ਮਰਜੀ ਭਾਵੇਂ ਰਸਨਾ ਤੋਂ ਬੜੇ ਮਿੱਠੜੇ ਬੋਲ ਕਰਕੇ ਸੰਸਾਰ ਦੇ ਲੋਕਾਂ ਨੂੰ ਸੁਣਾਉਣਾ ਕਰ, ਪਰ ਮਹਾਰਾਜ ਕਹਿੰਦੇ ਰੱਬ ਦੇ ਦਰ ਤੇ ਨਹੀਂ ਪਹੁੰਚ ਸਕੇਗਾ, ਪਰਮੇਸ਼ਰ ਨੂੰ ਕਦੇ ਪ੍ਰਸੰਨ ਨਹੀਂ ਕਰ ਸਕੇਗਾ। ਆਗਮ ਅਗੋਚਰ ਪ੍ਰਭ ਨਿਰਬਾਨੀ। ਜੋ ਗਮਤਾ ਤੋਂ ਰਹਿਤ ਪ੍ਰਮਾਤਮਾ ਜੀ ਦਾ ਸਰੂਪ ਹੈ, ਇੰਦਰੀਆਂ ਦਾ ਵੀ ਅਵਿਸ਼ਾ ਹੈ, ਫਿਰ ਨਿਰਬਾਨੀ ਬੰਧਨਾ ਤੋਂ ਰਹਿਤ ਨਿਰਬਾਨ ਵਾਹਿਗੁਰੂ ਹੈ। ਨਿਰਾਹਾਰ ਨਿਰਵੈਰ ਸੁਖਦਾਈ। ਹਜੂਰ ਕਹਿੰਦੇ ਉਹ ਪ੍ਰਮਾਤਮਾ ਨਿਰਾਹਾਰੀ ਹੈ, ਕਿਸੇ ਪ੍ਰਕਾਰ ਦੇ ਆਹਾਰ ਛਕਣ ਦੀ, ਭੋਜਨ ਪ੍ਰਸ਼ਾਦ ਛਕਣ ਦੀ ਵੀ ਪ੍ਰਮਾਤਮਾ ਦੀ ਤਮਾ ਨਹੀਂ ਹੈ। ਨਿਰਾਹਾਰ ਨਿਰਵੈਰ, ਫਿਰ ਕਿਸੇ ਨਾਲ ਵੈਰ ਵੀ ਨਹੀਂ ਕਰਦਾ। ਵੈਰ ਤਾਂ ਦੂਜੇ ਨਾਲ ਕਰੇਗਾ ਨਾ ਜੇ ਕਿ ਦੂਜਾ ਦਿਸਦਾ ਹੋਵੇਗਾ। ਸਾਰਾ ਤੇ ਸੰਸਾਰ ਰੱਬ ਦਾ ਆਪਣਾ ਸਰੂਪ ਹੈ, ਪਰਮੇਸ਼ਰ ਦੀ ਆਪਣੀ ਬਣਾਈ ਹੋਈ ਸ੍ਰਿਸ਼ਟੀ ਹੈ, ਤੇ ਆਪਣੇ ਨਾਲ ਕਦੇ ਕੋਈ ਵੈਰ ਨਹੀਂ ਕਮਾਉਂਦਾ। ਇਸ ਕਰਕੇ ਮਹਾਰਾਜ ਕਹਿੰਦੇ ਸੁਖਦਾਇਕ ਹੈ, ਵੈਰ ਤੋਂ ਰਹਿਤ ਹੈ, ਫਿਰ ਨਿਰਾਹਾਰੀ ਹੈ। ਸਾਧ ਸੰਗਤ ਜੀ ਐਸਾ ਉਹ ਪ੍ਰਮਾਤਮਾ ਜੀ ਦਾ ਸਰੂਪ ਹੈ, ਕਿਸੇ ਨਾਲ ਵੀ ਕਦੇ ਵੈਰ ਨਹੀਂ ਕਰਨ ਵਾਲਾ।
ਤਾ ਕੀ ਕੀਮਤ ਕਿਨੈ ਨਾ ਪਾਈ। ਉਸ ਪਰਮਾਤਮਾ ਦੀ ਪ੍ਰਾਪਤੀ ਦੀ ਕੀਮਤ ਕਿਸੇ ਨੇ ਆਪਣੇ ਬਲ ਦੇ ਨਾਲ ਨਹੀਂ ਪਾਵਣਾ ਕੀਤੀ, ਨਾ ਕੋਈ ਪਾ ਸਕੇਗਾ। ਆਨਕ ਭਗਤ ਬੰਧਨ ਨਿਤ ਕਰਹਿ। ਅਨੇਕਾਂ ਹੀ ਪਰਮਾਤਮਾ ਜੀ ਦੇ ਭਗਤ ਹਨ ਜੋ ਨਿਤਾ ਪ੍ਰਤੀ ਪਰਮਾਤਮਾ ਦੀ ਸਨਮੁਖ ਹੋ ਕਰਕੇ ਬੰਦਨਾ ਕਰਦੇ ਆ, ਵਾਹਿਗੁਰੂ ਨੂੰ ਸਦਾ ਹੀ ਨਮਸਕਾਰਾਂ ਕਰਦੇ ਹਨ। ਚਰਨ ਕਮਲ ਹਿਰਦੈ ਸਿਮਰਹਿ। ਪਰਮਾਤਮਾ ਦੇ ਨਾਮ ਰੂਪ ਚਰਨ ਕਮਲਾਂ ਨੂੰ ਹਿਰਦੇ ਕਰਕੇ ਸਿਮਰਦੇ ਐ, ਹਿਰਦੇ ਵਿੱਚ ਸਦਾ ਹੀ ਯਾਦ ਕਰਦੇ ਹਨ। ਸਦ ਬਲਿਹਾਰੀ ਸਤਿਗੁਰ ਆਪਣੇ। ਮਹਾਰਾਜ ਕਹਿੰਦੇ ਪੂਰੇ ਸਤਿਗੁਰੂ ਜੀ ਤੋਂ ਅਸੀਂ ਸਦਾ ਹੀ ਬਲਿਹਾਰ ਜਾਂਦੇ ਹਾਂ। ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਐਸੇ ਆਪਣੇ ਸਤਿਗੁਰੂ ਜੀ ਤੋਂ ਸਾਨੂੰ ਸਦਾ ਬਲਿਹਾਰ ਜਾਣਾ ਚਾਹੀਦਾ ਹੈ, ਜਿਨ੍ਹਾਂ ਸਤਿਗੁਰੂ ਜੀ ਦੀ ਮਿਹਰ ਦੇ ਨਾਲ ਪਰਮੇਸ਼ਰ ਦਾ ਜਾਪ ਕਰ ਰਹੇ ਹਾਂ। ਜਿਸ ਕਰਕੇ ਪਰਮੇਸ਼ਰ ਦਾ ਜਾਪ ਜਪਿਆ ਜਾਂਦਾ ਹੈ, ਜਿਨ੍ਹਾਂ ਦੀ ਕਿਰਪਾ ਦੀ ਬਦੌਲਤ ਵਾਹਿਗੁਰੂ ਜੀ ਨੂੰ ਚੇਤੇ ਕਰ ਰਹੇ ਹਾਂ। ਮਹਾਰਾਜ ਕਹਿੰਦੇ ਤਿੰਨਾਂ ਪੂਰੇ ਸਤਿਗੁਰੂ ਜੀ ਤੋਂ ਸਾਨੂੰ ਬਲਿਹਾਰ ਜਾਣਾ ਚਾਹੀਦਾ ਹੈ। ਇਹੋ ਹਰ ਰਸ ਪਾਵੈ ਜਨ ਕੋਏ। ਇਹ ਜੋ ਪਰਮੇਸ਼ਰ ਦਾ ਪਰਮ ਰਸ ਹੈ ਨਾ, ਨਾਮ ਦਾ ਰਸ ਹੈ, ਕੋਈ ਵਿਰਲਾ ਹੀ ਪਾਵੰਦਾ ਹੈ। ਜੋ ਪਰਮੇਸ਼ਰ ਦਾ ਜਨ ਬਣ ਜਾਂਦਾ ਹੈ, ਜੋ ਪਰਮਾਤਮਾ ਦਾ ਦਾਸ ਬਣ ਜਾਂਦਾ, ਉਹ ਮਹਾਰਾਜ ਕਹਿੰਦੇ ਕੋਈ ਵਿਰਲਾ ਹੁੰਦਾ ਹੈ। ਹਰ ਕੋਈ ਨਹੀਂ ਪਰਮੇਸ਼ਰ ਦਾ ਦਾਸ ਬਣ ਸਕਦਾ, ਹਰ ਕੋਈ ਨਹੀਂ ਰੱਬ ਦਾ ਜਨ ਬਣ ਸਕਦਾ। ਜਿਹੜਾ ਜਨ ਬਣ ਗਿਆ, ਮਹਾਰਾਜ ਕਹਿੰਦੇ ਉਸਨੇ ਵਾਹਿਗੁਰੂ ਦੇ ਪਰਮ ਰਸ ਨੂੰ ਪਾ ਲਿਆ ਹੈ। ਅੰਮ੍ਰਿਤ ਪੀਵੈ ਅਮਰ ਸੋ ਹੋਏ। ਜੋ ਵਾਹਿਗੁਰੂ ਜੀ ਦੇ ਨਾਮ ਅੰਮ੍ਰਿਤ ਨੂੰ ਪੀ ਲੈਂਦਾ, ਉਹ ਫਿਰ ਅਮਰ ਹੋ ਜਾਂਦਾ ਹੈ। ਉਹ ਜੀਵ ਅਮਰ ਹੋ ਗਿਆ, ਮਰਨ ਤੋਂ ਰਹਿਤ ਉਹਨੇ ਪਦਵੀ ਪਾ ਲਈ ਹੈ। ਉਸ ਪੁਰਖ ਕਾ ਨਾਹੀ ਕਦੇ ਵਿਨਾਸ਼। ਉਸ ਵਾਹਿਗੁਰੂ ਦੇ ਪਿਆਰੇ ਸੱਚੇ ਪੁਰਖ ਦਾ ਕਦੇ ਵਿਨਾਸ਼ ਨਹੀਂ ਹੁੰਦਾ। ਕਾਲ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਵੀ ਕਦੇ ਨਾਸ਼ਵਾਨ ਨਹੀਂ ਹੋਣ ਵਾਲਾ। ਜਾ ਕੈ ਮਨ ਪ੍ਰਗਟੇ ਗੁਣਤਾਸ। ਮਹਾਰਾਜ ਕਹਿੰਦੇ ਹਨ ਜਿਸ ਦੇ ਮਨ ਵਿੱਚ ਗੁਣਾਂ ਦਾ ਖਜ਼ਾਨਾ ਪਰਮਾਤਮਾ ਸਾਖਸ਼ਾਤ ਹੋ ਗਿਆ, ਉਹਨੂੰ ਕੋਈ ਮਾਰ ਨਹੀਂ ਸਕਦਾ, ਉਹਦਾ ਕੋਈ ਅੰਤ ਨਹੀਂ ਕਰ ਸਕਦਾ। ਤਨ ਹੈ, ਇਹ ਸਰੀਰ ਹੈ, ਇਹ ਸਾਧ ਸੰਗਤ ਜੀ ਸੜ ਵੀ ਜਾਂਦਾ ਹੈ, ਪਾਣੀ ਵਿੱਚ ਡੁੱਬ ਵੀ ਜਾਂਦਾ ਹੈ, ਇਹਨੂੰ ਕੱਟਿਆ ਵੀ ਜਾ ਸਕਦਾ ਹੈ। ਪਰ ਮਹਾਰਾਜ ਕਹਿੰਦੇ ਉਹਨਾਂ ਦਾ ਜੋ ਹਿਰਦੇ ਦੀ ਅਡੋਲਤਾ, ਉਹਨੂੰ ਕੋਈ ਮਾਰ ਨਹੀਂ ਸਕਦਾ, ਉਹਨੂੰ ਕੋਈ ਸਾੜ ਨਹੀਂ ਸਕਦਾ, ਨਾ ਕੋਈ ਪਾਣੀ ਵਿੱਚ ਡੁੱਬ ਸਕਦਾ ਹੈ। ਭਾਵੇਂ ਕਿੰਨਾ ਯਤਨ ਕੀਤਾ ਸੀ ਨਾ ਭਗਤ ਕਬੀਰ ਸਾਹਿਬ ਜੀ ਨੂੰ, ਗੰਗਾ ਦੀਆਂ ਡੂੰਘੀਆਂ ਲਹਿਰਾਂ ਦੇ ਵਿੱਚ ਵੀ ਸੁੱਟਿਆ ਸੀ ਡੋਬਣ ਦੇ ਵਾਸਤੇ, ਮਾਰਨ ਦੇ ਲਈ। ਪਰ ਕਹਿੰਦੇ ਗੰਗ ਗੁਸਾਈਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਕਰੇ ਕਬੀਰ। ਕਿ ਕਹਿੰਦੇ ਹਨ ਭਾਵੇਂ ਜੰਜੀਰਾਂ ਦੇ ਨਾਲ ਬੰਨ੍ਹ ਕੇ ਸੁੱਟ ਦਿੱਤਾ, ਪਰ ਪ੍ਰਮਾਤਮਾ ਦੀ ਐਸੀ ਕਲਾ ਵਰਤੀ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਜਿਵੇਂ ਮ੍ਰਿਗਸ਼ਾਲਾ ਤੇ ਬੈਠ ਕੇ ਡੋਲ ਚੌਂਕੜਾ ਲਾ ਕੇ ਪਰਮੇਸ਼ਰ ਦੀ ਬੰਦਗੀ ਕਰੀਦੀ ਹੈ, ਤਿਵੇਂ ਭਗਤ ਕਬੀਰ ਸਾਹਿਬ ਜੀ ਦੀ ਗੰਗਾ ਦੀਆਂ ਲਹਿਰਾਂ ਦੇ ਵਿੱਚ ਉੱਚੇ ਉੱਠ ਕਰਕੇ ਸਾਧ ਸੰਗਤ ਜੀ ਬੰਦਗੀ ਕਰ ਰਹੇ ਸਨ। ਇਸ ਪ੍ਰਕਾਰ ਮਹਾਰਾਜ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਪਰਮੇਸ਼ਰ ਦੇ ਪਿਆਰੇ ਦਾ ਕਦੇ ਅੰਤ ਨਹੀਂ ਹੋ ਸਕਦਾ, ਕੋਈ ਆਪਣੇ ਬਲ ਦੇ ਨਾਲ ਉਹਨੂੰ ਮਾਰ ਹੀ ਨਹੀਂ ਸਕਦਾ। ਔਰ ਕਿਉਂਕਿ ਉਹਦੇ ਹਿਰਦੇ ਅੰਦਰ ਪਰਮਾਤਮਾ ਸਾਖਸ਼ਾਤ ਹੈ, ਉਸ ਹਿਰਦੇ ਅੰਦਰ ਵਾਹਿਗੁਰੂ ਗੁਣਾਂ ਦਾ ਖਜ਼ਾਨਾ ਸਦਾ ਹੀ ਪ੍ਰਗਟ ਹੈ। ਆਠ ਪਹਿਰ ਹਰ ਕਾ ਨਾਮ ਲੇ। ਜੋ ਅੱਠੇ ਪਹਿਰ, 4 ਪਹਿਰ ਦਿਨ ਤੇ 4 ਪਹਿਰ ਰਾਤ, ਅੱਠੇ ਪਹਿਰ ਪ੍ਰਮਾਤਮਾ ਨੂੰ ਚੇਤੇ ਕਰਦਾ, ਅੱਠੇ ਪਹਿਰ ਹੀ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ, ਪਰਮੇਸ਼ਰ ਦਾ ਨਾਮ ਲੈਂਦਾ ਹੈ। ਸੱਚ ਉਪਦੇਸ਼ ਸੇਵਕ ਕਉ ਦੇ। ਉਹ ਆਪਣੇ ਸੰਗੀ ਸਾਥੀਆਂ ਨੂੰ ਸੱਚੇ ਨਾਮ ਦਾ ਹੀ ਉਪਦੇਸ਼ ਦਿੰਦਾ ਹੈ। ਇਹ ਨਹੀਂ ਕਿ ਆਪਣੀ ਪੂਜਾ ਕਰਾਉਣ ਲੱਗ ਪਵੇ। ਉਹ ਮਹਾਰਾਜ ਕਹਿੰਦੇ ਸੱਚਾ ਸੇਵਕ ਨਹੀਂ ਹੈ, ਉਹ ਰੱਬ ਦਾ ਪਿਆਰਾ ਨਹੀਂ ਜੋ ਆਪਣੀ ਪੂਜਾ ਕਰਾਉਂਦਾ ਹੈ। ਜੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੋੜਦਾ ਹੈ, ਸੱਚਾ ਨਾਮ ਦਾ ਉਪਦੇਸ਼ ਦਿੰਦਾ, ਉਹ ਵਾਹਿਗੁਰੂ ਦਾ ਸੇਵਕ ਹੈ। ਮੋਹ ਮਾਇਆ ਕੈ ਸੰਗ ਨ ਲੇਪ। ਫਿਰ ਸਰੀਰਾਂ ਦਾ ਮੋਹ ਤੇ ਸੰਸਾਰ ਦੇ ਪਦਾਰਥਾਂ ਦੀ ਜਿਹੜੀ ਮਮਤਾ ਹੈ, ਭਾਵੇਂ ਜੜ ਮਾਇਆ ਭਾਵੇਂ ਚੇਤਨ ਮਾਇਆ, ਮਨ ਕਰਕੇ ਥੋੜਾ ਜਿੰਨਾ ਵੀ ਲਪਾਏ ਮਨ ਨਹੀਂ ਹੋਣਾ ਕਰਦਾ। ਮਹਾਰਾਜ ਕਹਿੰਦੇ ਕਦੇ ਵੀ ਉਹ ਮੋਹ ਮਮਤਾ ਦਾ, ਸਰੀਰਾਂ ਦੇ ਮੋਹ ਦਾ ਸੰਗ ਨਹੀਂ ਕਰਨਾ ਕਰਦੇ।
ਮਨ ਮਹਿ ਰਾਖੈ ਹਰ ਹਰ ਏਕ। ਉਹ ਵਾਹਿਗੁਰੂ ਦਾ ਪਿਆਰਾ ਆਪਣੇ ਮਨ ਵਿੱਚ ਕੇਵਲ ਇੱਕ ਪਰਮੇਸ਼ਰ ਨੂੰ ਰੱਖਦਾ ਹੈ, ਕੇਵਲ ਵਾਹਿਗੁਰੂ ਦੀ ਯਾਦ ਹਿਰਦੇ ਅੰਦਰ ਰੱਖਦਾ ਹੈ। ਅੰਧਕਾਰ ਦੀਪਕ ਪਰਗਾਸੇ। ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਗਿਆਨ ਰੂਪੀ ਦੀਪਕ ਬਾਲ ਕੇ ਪ੍ਰਕਾਸ਼ ਕਰ ਦਿੱਤਾ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਉਥੇ ਅੰਧਤਾਈ ਵਿੱਚ ਪ੍ਰਕਾਸ਼ ਹੋ ਗਿਆ ਹੈ। ਗਿਆਨ ਰੂਪ ਦੀਵਾ ਬਲਣੇ ਕਰਕੇ, ਮਹਾਰਾਜ ਦੀ ਕਿਰਪਾ ਬਖਸ਼ਿਸ਼ ਹੋਣੇ ਕਰਕੇ ਸਭ ਥਾਵਾਂ ਤੇ ਪ੍ਰਕਾਸ਼ ਹੀ ਨਜ਼ਰ ਆਉਂਦਾ ਹੈ। ਹਿਰਦੇ ਅੰਦਰ ਵੀ ਅੰਧਤਾਈ ਮਿਟ ਕੇ ਪ੍ਰਕਾਸ਼ ਹੋਇਆ ਹੈ। ਨਾਨਕ ਭਰਮ ਮੋਹ ਦੁਖ ਤਹਤੇ ਨਾਸੇ। ਜਦੋਂ ਪ੍ਰਕਾਸ਼ ਹੋ ਜਾਂਦਾ ਤੇ ਸਾਧ ਸੰਗਤ ਜੀ ਫਿਰ ਸਹੀ ਦਿਸਣ ਲੱਗ ਪੈਂਦਾ, ਹਨੇਰੇ ਵਿੱਚ ਕੁਝ ਦਿਸਦਾ ਨਹੀਂ ਹੈ। ਤੇ ਸਾਧ ਸੰਗਤ ਜੀ ਜਦੋਂ ਜੀਵ ਨੂੰ ਗਿਆਨ ਹੋ ਜਾਂਦਾ ਫਿਰ ਸਰੀਰਾਂ ਦਾ ਮੋਹ ਵੀ ਨਹੀਂ ਕਰਦਾ, ਪਦਾਰਥਾਂ ਦਾ ਲੋਭ ਵੀ ਨਹੀਂ ਕਰਦਾ, ਤੇ ਫਿਰ ਭਰਮ ਦਾ ਸ਼ਿਕਾਰ ਵੀ ਨਹੀਂ ਹੋਣਾ ਕਰਦਾ। ਨਹੀਂ ਤੇ ਹਨੇਰੇ ਵਿੱਚ ਰੱਸੀ ਪਈ ਹੋਵੇ, ਇਉਂ ਲੱਗਦਾ ਕਿ ਜਿਵੇਂ ਸੱਪ ਪਿਆ ਹੋਇਆ ਹੈ, ਭਰਮ ਦਾ ਸ਼ਿਕਾਰ ਹੋ ਜਾਂਦਾ। ਤੇ ਮਹਾਰਾਜ ਕਹਿੰਦੇ ਹਨੇਰੇ ਕਰਕੇ ਜੀਵ ਭਰਮਾਂ ਵਿੱਚ ਪਿਆ ਰਹਿੰਦਾ, ਪਰ ਜਦੋਂ ਸਤਿਗੁਰੂ ਜੀ ਕਿਰਪਾ ਕਰਕੇ ਗਿਆਨ ਦਾ ਦੀਵਾ ਜਗਾ ਦਿੰਦੇ ਹੈ, ਨਾਨਕ ਭਰਮ ਮੋਹ ਦੁਖ ਤਹਿ ਨਾਸੇ। ਉੱਥੇ ਜੰਮਣ ਮਰਨ ਦਾ ਦੁੱਖ, ਅਗਿਆਨ ਦਾ ਦੁੱਖ, ਭਰਮ, ਸਰੀਰਾਂ ਦੀ ਮੋਹ ਮਮਤਾ ਸਭ ਨਾਸ਼ ਹੋ ਜਾਂਦੇ ਆ। ਤਪਤ ਮਾਹੇ ਠਾੜ ਵਰਤਾਈ। ਹਜੂਰ ਕਹਿੰਦੇ ਕਲਯੁਗ ਦੇ ਭਿਆਨਕ ਸਮੇਂ ਵਿੱਚ ਤਪਦੀ ਹੋ ਵਿਕਾਰਾਂ ਦੀ, ਵਿਸ਼ਿਆਂ ਦੀ, ਔਗਣਾਂ ਦੀ ਜਿਹੜੀ ਲੋ ਵਗ ਰਹੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਮ ਮੰਤਰ ਦੀ ਦਾਰ ਦੇ ਕਰਕੇ, ਨਾਮ ਰੂਪ ਜਲ ਬਖਸ਼ਿਸ਼ ਕਰਕੇ ਠਾੜ ਵਰਤਾਵਣਾ ਕੀਤੀ ਹੈ। ਇਹ ਪੂਰੇ ਸਤਿਗੁਰੂ ਜੀ ਦਾ ਬਿਰਧ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਸਾਧ ਸੰਗਤ ਜੀ ਧਰਮ ਹੈ ਕਿ ਸਿੱਖ ਦੇ ਤਪਦੇ ਹੋ ਮਨ ਨੂੰ ਠਾਰ ਦਿੰਦੇ ਆ, ਸ਼ਾਂਤ ਕਰ ਦਿੰਦੇ ਹਨ। ਨਾਮ ਤੋਂ ਵੱਡੀ ਕੋਈ ਸ਼ਕਤੀ ਨਹੀਂ ਹੈ ਤਪਦੇ ਹੋ ਮਨ ਨੂੰ ਸ਼ਾਂਤ ਕਰ ਦੇਵੇ। ਹਜੂਰ ਦਾ ਬਚਨ ਆਉਂਦਾ ਜੈਤ ਸਰੀ ਕੀ ਵਾਰ ਵਿੱਚ, ਚੰਦਨ ਚਾਂਦ ਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਵਾਹਿਗੁਰੂ ਦਾ ਨਾਮ ਜਪਣੇ ਕਰਕੇ ਮਨ ਸੀਤਲ ਹੁੰਦਾ ਹੈ। ਐਸੀ ਮਹਾਰਾਜ ਪੂਰੇ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਠਾਣ ਵਰਤਾਵਣਾ ਕੀਤੀ ਹੈ। ਇਹ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਹਿੰਦ ਚਾਂਦਰ ਦਾਤਾ ਸਤਿਗੁਰੂ ਜੀ, ਜਿਨ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਕਹਿਰ ਦੀ ਅੱਗ ਵਰਤ ਰਹੀ ਸੀ, ਤਪਸ਼ ਵਰਤ ਰਹੀ ਸੀਗੀ, ਸਵਾ ਸਵਾ ਮਨ ਜੰਨੂ ਜ਼ਬਰਦਸਤੀ ਲਾਹ ਕਰਕੇ ਫਿਰ ਸਾਧ ਸੰਗਤ ਜੀ ਬਾਦਸ਼ਾਹ ਰੋਟੀ ਖਾਂਦਾ ਸੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਨੇ ਇਹ ਤਪਦੀ ਹੋਈ ਲੋ ਨੂੰ ਕਿਵੇਂ ਠੰਡ ਪਾਵਣਾ ਕੀਤੀ ਹੈ, ਇਹ ਕਹਿਰ ਨੂੰ ਕਿਵੇਂ ਠੱਲ ਪਾਈ ਆਪਣੇ ਸੀਸ ਦਾ ਬਲੀਦਾਨ ਦੇ ਕਰਕੇ। ਮਹਾਰਾਜ ਕਹਿੰਦੇ ਤਪਤ ਮਾਹੇ ਠਾਡ ਵਰਤਾਈ। ਇਹ ਪੂਰੇ ਸਤਿਗੁਰੂ ਦੀ ਵਡਿਆਈ ਹੈ। ਭਾਵੇਂ ਜ਼ੁਲਮ ਕਰਕੇ ਸਾਧ ਸੰਗਤ ਜੀ ਤਪਸ਼ ਵਗਦੀ ਹੈ, ਭਾਵੇਂ ਔਗਣਾ ਕਰਕੇ, ਪਾਪ ਕਰਮਾਂ ਕਰਕੇ, ਮਹਾਰਾਜ ਸੱਚੇ ਪਾਤਸ਼ਾਹ ਫਿਰ ਸ਼ਾਂਤੀ ਵਰਤਾ ਦਿੰਦੇ ਹੈ। ਪੂਰੇ ਸਤਿਗੁਰੂ ਜੀ ਠੰਡ ਪਾਵਣ ਵਾਲੇ ਹਨ। ਆਨੰਦ ਭਇਆ ਦੁਖ ਨਾਠੇ ਪਾਈ। ਤਿਨਾਂ ਦੇ ਹਿਰਦੇ ਅੰਦਰ ਆਨੰਦ ਪ੍ਰਾਪਤ ਹੋ ਗਿਆ। ਔਗਣਾ ਰੂਪੀ ਦੁੱਖ ਨੱਠ ਗਏ ਹਨ, ਅਗਿਆਨ ਆਦਿਕ ਸਭ ਦੁੱਖ ਦੌੜ ਗਏ ਐ। ਜਨਮ ਮਰਨ ਕੇ ਮਿਟੇ ਅੰਦੇਸੇ। ਤਿਨਾਂ ਸੰਸਾਰ ਦੇ ਗੁਰਮੁਖ ਪਿਆਰਿਆਂ ਦੇ ਜੰਮਣ ਮਰਨ ਦੇ ਸ਼ੰਕੇ ਮਿਟ ਗਏ ਹਨ ਕਿ ਬਾਰ-ਬਾਰ ਸਾਨੂੰ ਫੇਰ ਨਾ ਕਿਤੇ ਜਨਮ ਧਾਰਨ ਕਰਨਾ ਪਵੇ, ਫੇਰ ਨਾ ਕਿਤੇ ਜਮ ਸਾਡੇ ਗਲ ਵਿੱਚ ਆ ਕੇ ਫਾਹਾ ਪਾ ਦੇਣ। ਮਹਾਰਾਜ ਕਹਿੰਦੇ ਤਿਨਾਂ ਦੇ ਜੰਮਣ ਮਰਨ ਦੇ ਸਭ ਸ਼ੰਕੇ ਵੀ ਮਿਟ ਗਏ ਐ ਕਿ ਹੁਣ ਪੂਰੇ ਸਤਿਗੁਰੂ ਜੀ ਦੇ ਲੜ ਲੱਗ ਗਏ ਆ। ਮਹਾਰਾਜ ਸੱਚੇ ਪਾਤਸ਼ਾਹੀ ਨੇ ਆਪ ਕਿਰਪਾ ਕਰਕੇ ਸਾਨੂੰ ਮੁਕਤ ਕਰ ਦੇਣਾ ਹੈ। ਆਪ ਜਮਾਂ ਦੀ ਮਾਰ ਤੋਂ ਸਤਿਗੁਰੂ ਜੀ ਨੇ ਹੱਥ ਦੇ ਕਰਕੇ ਬਚਾਉਣਾ ਹੈ। ਆਪ 84 ਦੇ ਗੇੜੇ ਵਿੱਚ ਪੈਣੇ ਤੋਂ ਸਤਿਗੁਰੂ ਜੀ ਨੇ ਬਚਾ ਲੈਣਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਹੈ। ਜੋ ਸਿੱਖ ਪੂਰੇ ਸਤਿਗੁਰੂ ਜੀ ਦੇ ਚਰਨਾਂ ਤੇ ਭਰੋਸਾ ਰੱਖਦਾ ਹੈ, ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਜੰਮਣ ਮਰਨ ਦੇ ਜਿਹੜੇ ਸ਼ੰਕੇ ਉਹ ਵੀ ਮਿਟ ਜਾਂਦੇ ਆ। ਸਾਧੂ ਕੇ ਪੂਰਨ ਉਪਦੇਸੇ। ਕਿਉਂਕਿ ਪੂਰਨ ਸਾਧੂ ਰੂਪ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹੀ ਦਾ ਜਿਹੜਾ ਉਪਦੇਸ਼ ਉਹ ਵੀ ਪੂਰਨ ਹੈ, ਸੱਚਾ ਹੈ। ਜਿਨ੍ਹਾਂ ਨੇ ਪੂਰਨ ਸਾਧੂ ਜਨਾਂ ਦਾ ਉਪਦੇਸ਼ ਮਹਾਰਾਜ ਦੀ ਸਤ ਸੰਗਤ ਕਰਕੇ ਧਾਰਨ ਕਰ ਲੈਣਾ ਕੀਤਾ,
ਤਿਨਾਂ ਨੇ ਨਿਸ਼ਚੈ ਕਰਕੇ ਜਾਣ ਲਿਆ ਹੈ। ਭਾਉ ਚੂਕਾ ਨਿਰਭਉ ਹੋਏ ਬਸੇ। ਮਹਾਰਾਜ ਕਹਿੰਦੇ ਜਿਨ੍ਹਾਂ ਦਾ ਸੰਸਾਰ ਦਾ ਭੈ ਚੁੱਕ ਗਿਆ, ਨਾਸ਼ ਹੋ ਗਿਆ, ਉਹਨਾਂ ਦੇ ਹਿਰਦੇ ਅੰਦਰ ਨਿਰਭੈ ਪ੍ਰਮਾਤਮਾ ਆ ਕੇ ਵਸ ਗਿਆ ਹੈ। ਤੇ ਇਹਨਾਂ ਨੇ ਨਿਰਭਉ ਨਿਰਭੈਤਾ ਪਦਵੀ ਵਿੱਚ ਨਿਵਾਸ ਕਰ ਲਿਆ ਹੈ। ਸਗਲ ਵਿਆਦ ਮਨ ਤੇਖੈ ਨਸੇ। ਜਿੰਨੀਆਂ ਵੀ ਮਨ ਕਰਕੇ ਵਿਆਧੀਆਂ ਔਕੜਾਂ ਪੈਣ ਵਾਲੀਆਂ ਹਨ, ਮਨ ਕਰਕੇ ਦੁੱਖ ਲੱਗਣ ਵਾਲੇ ਐ, ਸਭ ਖੈ ਹੋ ਗਏ, ਨਾਸ਼ ਹੋ ਗਏ ਹਨ। ਜਿਸ ਕਾ ਸਾ ਤਿਨ ਕਿਰਪਾ ਧਾਰੀ। ਇਹ ਜੀਵ ਜਿਸ ਪਰਮਾਤਮਾ ਦਾ ਸੀ, ਪਰਮੇਸ਼ਰ ਦੀ ਅੰਸ਼ ਸੀ, ਉਸੇ ਪਰਮਾਤਮਾ ਨੇ ਹੀ ਕਿਰਪਾ ਧਾਰਨ ਕੀਤੀ ਹੈ। ਸਾਧ ਸੰਗ ਜਪ ਨਾਮ ਮੁਰਾਰੀ। ਤਾਂ ਹੀ ਮਹਾਰਾਜ ਕਹਿੰਦੇ ਇਹ ਜੀਵ ਨੇ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣ ਕੇ ਮਹਾਰਾਜ ਦੀ ਪਿਆਰੀ ਸਾਧ ਸੰਗਤ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਿਆ, ਵਾਹਿਗੁਰੂ ਜੀ ਦਾ ਜਾਪ ਕੀਤਾ ਹੈ। ਜੇ ਪ੍ਰਮਾਤਮਾ ਨੇ ਇਹ ਜੀਵ ਤੇ ਕਿਰਪਾ ਧਾਰੀ ਹੈ, ਨਹੀਂ ਤੇ ਬਖਸ਼ਿਸ਼ ਤੋਂ ਬਿਨਾਂ ਸਾਧ ਸੰਗਤ ਜੀ ਗੁਰੂ ਕੀ ਸੰਗਤ ਨਹੀਂ ਪ੍ਰਾਪਤ ਹੁੰਦੀ, ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾ ਸਕਦਾ। ਥਿਤ ਪਾਈ ਚੂਕੇ ਭ੍ਰਮ ਗਵਨ। ਹਜੂਰ ਕਹਿੰਦੇ ਤਿੰਨਾਂ ਵਾਹਿਗੁਰੂ ਦੇ ਪਿਆਰੇ ਜਾਨਾਂ ਨੇ ਟਿਕਾਉ ਪਾ ਲਿਆ। ਥਿਤ ਕਹਿੰਦੇ ਨੇ ਟਿਕਾਉ ਨੂੰ, ਅਚਲ ਪਦਵੀ ਦੀ ਪ੍ਰਾਪਤੀ ਕਰ ਲਈ ਹੈ। ਚੂਕੇ ਭ੍ਰਮ ਗਵਨ, ਆਵਾਗਮਨ ਦਾ ਚੱਕਰ ਵੀ ਚੁੱਕਿਆ ਗਿਆ, ਨਾਸ਼ ਹੋ ਗਿਆ। ਫਿਰ ਦਰ ਦਰ ਤੇ ਭਟਕਣਾ, ਭਰਮਾਂ ਵਿੱਚ ਪੈ ਕੇ ਭਰਮਣਾ, ਇਹ ਵੀ ਵਾਹਿਗੁਰੂ ਨੇ ਦੂਰ ਕਰ ਦਿੱਤਾ ਹੈ। ਸੁਨ ਨਾਨਕ ਹਰ ਹਰ ਜਸ ਸ਼ਰਵਨ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪਿਆਰ ਦੇ ਨਾਲ ਵਾਹਿਗੁਰੂ ਦਾ ਜਸ ਸੁਣਿਆ, ਤਿਨਾਂ ਦਾ ਜੰਮਣ ਮਰਨਾ ਮਿਟ ਗਿਆ। ਫਿਰ ਜੰਮਣ ਮਰਨ ਦੀ ਸ਼ੰਕੇ ਵਾਹਿਗੁਰੂ ਨੇ ਮਿਟਾ ਦਿੱਤੇ ਹੈ, ਭਰਮ ਦੂਰ ਕਰ ਦਿੱਤਾ ਹੈ, ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਹੈ। ਐਸੀ ਮਹਾਨ ਮਹਾਰਾਜ ਸੱਚੇ ਪਾਤਸ਼ਾਹੀ ਦੀ ਜਸ ਸਰਵਣ ਕਰਨ ਦੀ ਸ਼ਕਤੀ ਹੈ। ਕਿੰਨਾ ਮਹਾਨ ਜਸ ਹੈ, ਕਿੰਨੀ ਪਰਮ ਵਡਿਆਈ ਹੈ ਮਹਾਰਾਜ ਸੱਚੇ ਪਾਤਸ਼ਾਹੀ ਦੇ ਜਸ ਸਰਵਣ ਕਰਨੇ ਦੀ। ਤਾਂ ਹੀ ਤਾਂ ਹਜੂਰ ਨੇ ਫਰਮਾਨ ਕੀਤਾ ਹੈ, ਸਭ ਤੇ ਉੱਤਮ ਹਰ ਕੀ ਕਥਾ। ਵਾਹਿਗੁਰੂ ਜੀ ਦੀ ਕਥਾ ਸਰਵਣ ਕਰਨੀ ਸਭ ਤੋਂ ਉੱਚੀ ਹੈ, ਸਭ ਤੋਂ ਪਰਮ ਦਾਤ ਹੈ। ਨਿਰਗੁਣ ਆਪ ਸਰਗੁਣ ਭੀ ਉਹੀ। हे ਪਰਮਾਤਮਾ ਤੂੰ ਆਪ ਨਿਰਗੁਣ ਸਰੂਪ ਹੈ, ਜਿਸ ਵਿੱਚ ਕੋਈ ਗੁਣ ਨਹੀਂ ਕਥਨ ਕੀਤਾ ਜਾ ਸਕਦਾ, ਜਿਸ ਵਿੱਚ ਕੋਈ ਰੂਪ ਰੇਖ ਰੰਗ ਜਾਤ ਪਾਤ ਕੁਝ ਨਹੀਂ ਕਥਨ ਕੀਤਾ ਜਾ ਸਕਦਾ। ਤੇ ਸਰਗੁਣ ਸਰੂਪ ਵੀ ਪਰਮੇਸ਼ਰ ਆਪ ਜੀ ਦਾ ਹੀ ਹੈ। ਇਹ ਜਿੰਨਾ ਵੀ ਸੰਸਾਰ ਹੈ ਨਾ, ਇਹ ਪ੍ਰਮਾਤਮਾ ਦਾ ਸਰਗੁਣ ਸਰੂਪ ਹੈ। ਜੋ ਦੀਸੈ ਸੋ ਤੇਰਾ ਰੂਪ, ਇਸ ਪ੍ਰਕਾਰ ਮਹਾਰਾਜ ਇਹ ਸਾਰੇ ਆਪ ਜੀ ਦੇ ਸਰੂਪ ਧਾਰਨ ਕੀਤੇ ਹਨ। ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਹਜੂਰ ਦੇ ਚਰਨਾਂ ਵਿੱਚ ਭਾਈ ਨੰਦ ਲਾਲ ਸਿੰਘ ਜੀ ਨੇ ਬੇਨਤੀ ਕੀਤੀ, ਹੇ ਗਰੀਬ ਨਵਾਜ ਦਾਤਾ ਸਤਿਗੁਰੂ ਜੀ, ਆਪ ਜੀ ਕਹਿੰਦੇ ਹੋ ਕਿ ਸਾਡੇ ਦਰਸ਼ਨਾਂ ਵਾਸਤੇ ਆਇਆ ਕਰੋ। ਮਹਾਰਾਜ ਆਪ ਜੀ ਦੇ ਕਿੰਨੇ ਸਰੂਪਾਂ ਵਿੱਚ ਦਰਸ਼ਨ ਕੀਤੇ ਜਾ ਸਕਦੇ ਹਨ। ਹਜੂਰ ਨੇ ਬੜੇ ਪਿਆਰ ਦੇ ਨਾਲ ਉਚਾਰਨ ਕੀਤਾ। ਪਹਿਲਾਂ ਜਦੋਂ ਬੇਨਤੀ ਕਰਕੇ ਪੁੱਛਿਆ, ਕਹਿੰਦੇ ਹਨ ਮਹਾਰਾਜ, ਤੁਮ ਜੋ ਕਹਾ ਗੁਰਦੇਵ ਜੀ, ਦਰਸ਼ਨ ਕਰ ਮੋਹਿ ਆਏ। ਲਖੀਏ ਤੁਮਰਾ ਦਰਸ ਕਹਾ, ਕਹੋ ਮੋਹਿ ਸਮਝਾਏ। ਮਹਾਰਾਜ ਆਪ ਕਿਰਪਾ ਕਰਕੇ ਸੋਝੀ ਬਖਸ਼ੋ, ਕਿਹੜੇ ਕਿਹੜੇ ਸਰੂਪ ਦੇ ਵਿੱਚ ਆਪ ਜੀ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਤੇ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਨੇ ਬਚਨ ਕੀਤੇ, ਕਹਿਣ ਲੱਗੇ, ਤੀਨ ਰੂਪ ਹੈ ਮੋਹਿ ਕੇ, ਸੁਨਹੁ ਨੰਦ ਚਿਤ ਲਾਏ। ਨਿਰਗੁਣ ਸਰਗੁਣ ਗੁਰ ਸ਼ਬਦ, ਕਹੋ ਤੋਹਿ ਸਮਝਾਏ। ਕਹਿੰਦੇ ਪਹਿਲਾ ਸਰੂਪ ਹੈ ਸਾਡਾ ਨਿਰਗੁਣ, ਦੂਜਾ ਹੈ ਸਰਗੁਣ ਸਰੂਪ, ਤੀਜਾ ਹੈ ਗੁਰੂ ਸ਼ਬਦ। ਇਹ ਤਿੰਨ ਸਰੂਪਾਂ ਦੇ ਰਾਹੀਂ ਸਾਡੇ ਦੀਦਾਰ ਕੀਤੇ ਜਾ ਸਕਦੇ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਨਿਰਗੁਣ ਆਪ ਸਰਗੁਣ ਭੀ ਉਹੀ। ਮਹਾਰਾਜ ਨਿਰਗੁਣ ਸਰੂਪ ਵੀ ਆਪ ਜੀ ਦਾ ਹੀ ਹੈ, ਮਹਾਰਾਜ ਸਰਗੁਣ ਸਰੂਪ ਵੀ ਆਪ ਜੀ ਨੇ ਹੀ ਧਾਰਨ ਕੀਤਾ ਹੈ। ਕਲਾ ਧਾਰ ਜਿਨ ਸਗਲੀ ਮੋਹੀ। ਜਿਸ ਪ੍ਰਮਾਤਮਾ ਨੇ ਕਲਾ ਸ਼ਕਤੀ ਧਾਰਨ ਕਰਕੇ ਸਾਰੀ ਸ੍ਰਿਸ਼ਟੀ ਨੂੰ ਮੋਹਿਤ ਕੀਤਾ ਹੋਇਆ ਹੈ। ਹਰ ਇੱਕ ਜੀਵ ਦੇ ਅੰਦਰ ਕੋਈ ਨਾ ਕੋਈ ਕਲਾ ਹੈ। ਹਰ ਇੱਕ ਜੀਵ ਦੇ ਅੰਦਰ ਪ੍ਰਮਾਤਮਾ ਨੇ ਸਤਾ ਸ਼ਕਤੀ ਪਾਈ ਹੈ, ਜਿਸ ਕਰਕੇ ਮਹਾਰਾਜ ਕਹਿੰਦੇ ਕੋਈ ਪਦਾਰਥਾਂ ਦਾ ਮੋਹਿਤ ਹੋਇਆ ਫਿਰਦਾ, ਕੋਈ ਧਨ ਦੇ ਉੱਪਰ, ਕੋਈ ਸਰੀਰਾਂ ਦੇ ਵੱਲ,
ਤੇ ਕੋਈ ਵਡਭਾਗੇ ਵਾਹਿਗੁਰੂ ਦੇ ਸਰੂਪ ਦੇ ਵਿੱਚ ਮੋਹਿਤ ਹੋਏ ਹਨ, ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਨੇ ਵਾਹਿਗੁਰੂ ਦੀ ਪ੍ਰੀਤ ਰੂਪੀ ਕਲਾ ਪਾਈ ਹੈ। ਸਤਿਗੁਰੂ ਜੀ ਕਹਿੰਦੇ ਹਨ, ਉਹ ਗੁਰਮੁਖ ਪਿਆਰੇ ਪ੍ਰਮਾਤਮਾ ਦੇ ਸਰੂਪ ਦੇ ਵੱਲ ਮੋਹੇ ਗਏ ਹਨ। ਆਪਨੇ ਚਰਿਤ ਪ੍ਰਭ ਆਪ ਬਣਾਏ। ਪ੍ਰਮਾਤਮਾ ਨੇ ਆਪਣੇ ਕੌਤਕ ਆਪ ਹੀ ਬਣਾਏ ਹਨ। ਹੈਰਾਨੀਜਨਕ ਵਾਹਿਗੁਰੂ ਜੀ ਦੇ ਜੋ ਅਚੰਭੇ ਦੇ ਕੌਤਕ ਹਨ। ਆਪਣੀ ਕੀਮਤ ਆਪੇ ਪਾਏ। ਆਪਣੇ ਸਰੂਪ ਦੀ ਪ੍ਰਾਪਤੀ ਦੀ ਕੀਮਤ ਵੀ ਪਰਮੇਸ਼ਰ ਆਪੇ ਹੀ ਪਾਵੰਦਾ ਹੈ। ਹੋਰ ਕਿਸੇ ਜੀਵ ਦੇ ਵਿੱਚ ਆਪਣਾ ਬਲ ਨਹੀਂ ਹੈ। ਹਰ ਬਿਨ ਦੂਜਾ ਨਾਹੀ ਕੋਏ। ਹਰੀ ਪਰਮੇਸ਼ਰ ਜੀ ਤੋਂ ਬਿਨਾ ਕੋਈ ਦੂਜਾ ਨਹੀਂ, ਜੋ ਜੀਵਾਂ ਦਾ ਕਰਤਾ ਹੈ, ਭਰਤਾ ਹੈ, ਹਰਤਾ ਹੈ। ਸਰਬ ਨਿਰੰਤਰ ਏਕੋ ਸੋਏ। ਸਰਬ ਜੀਵਾਂ ਦੇ ਵਿੱਚ ਨਿਰੰਤਰ ਲਗਾਤਾਰ ਇੱਕ ਪ੍ਰਮਾਤਮਾ ਉਹੋ ਹੀ ਵਰਤ ਰਿਹਾ ਜੋ ਪਹਿਲਾਂ ਵਰਤ ਰਿਹਾ ਸੀ। ਓਤ ਪੋਤ ਰਵਿਆ ਰੂਪ ਰੰਗ। ਮਹਾਰਾਜ ਕਹਿੰਦੇ ਹਨ, ਉਹ ਪ੍ਰਮਾਤਮਾ ਤਾਣੇ ਪੇਟੇ ਦੀ ਤਰ੍ਹਾਂ ਸਭ ਸਰੂਪਾਂ ਦੇ ਵਿੱਚ, ਸਭ ਰੰਗਾਂ ਦੇ ਵਿੱਚ ਵਰਤ ਰਿਹਾ ਹੈ। ਜਿੰਨੇ ਵੀ ਰੰਗ ਹਨ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਬਹੁਤੇ ਰੰਗਾਂ ਰੂਪ ਹੋ ਕੇ ਵੀ ਪਰਮੇਸ਼ਰ ਵਰਤ ਰਿਹਾ ਹੈ। ਜਿੰਨੇ ਵੀ ਸਰੂਪ ਪਰਮਾਤਮਾ ਨੇ ਜਿਹੋ ਜਿਹੇ ਆਕਾਰ, ਜਿਹੋ ਜਿਹੇ ਸਰੂਪ ਬਣਾਏ ਆ ਨਾ ਸ੍ਰਿਸ਼ਟੀ ਦੇ, ਉਹਨਾਂ ਸਰੂਪਾਂ ਰੂਪ ਹੋ ਕਰਕੇ ਵਰਤ ਰਿਹਾ ਹੈ। ਐਸਾ ਉਹ ਪਰਮਾਤਮਾ ਦਾ ਸਰੂਪ ਹੈ। ਭਏ ਪ੍ਰਗਾਸ ਸਾਧ ਕੈ ਸੰਗ। ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਐਸਾ ਗਿਆਨ ਦਾ ਪ੍ਰਕਾਸ਼ ਕਿੱਥੋਂ ਪ੍ਰਾਪਤ ਹੋਇਆ ਹੈ? ਮਹਾਰਾਜ ਦੀ ਸਾਧ ਸੰਗਤ ਕਰਨੇ ਦੇ ਨਾਲ। ਜਿਨ੍ਹਾਂ ਨੇ ਸਤਿਗੁਰੂ ਜੀ ਦੀ ਪਿਆਰੀ ਸੰਗਤ ਕੀਤੀ ਹੈ, ਹਜੂਰ ਕਹਿੰਦੇ ਹਨ, ਤਿਨਾਂ ਦੇ ਹਿਰਦੇ ਅੰਦਰ ਐਸਾ ਪ੍ਰਕਾਸ਼ ਹੋ ਗਿਆ ਹੈ ਕਿ ਪ੍ਰਮਾਤਮਾ ਆਪ ਹੀ ਨਿਰਗੁਣ ਸਰੂਪ ਹੈ, ਆਪ ਹੀ ਸਰਗੁਣ ਸਰੂਪ ਹੈ। ਸਾਰੇ ਜੀਵਾਂ ਵਿੱਚ ਕਲਾ ਪ੍ਰਮਾਤਮਾ ਨੇ ਧਾਰਨ ਕੀਤੀ ਹੈ। ਐਸੀ ਉਹ ਪ੍ਰਮਾਤਮਾ ਦੀ ਸ਼ਕਤੀ ਸਭ ਦੀ ਆਪ ਹੀ ਪਰਵਰਿਸ਼ ਕਰ ਰਿਹਾ ਹੈ। ਰਚ ਰਚਨਾ ਆਪਣੀ ਕਲ ਧਾਰੀ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹਨ, ਇਹ ਜਿੰਨੀ ਵੀ ਰਚੀ ਹੋਈ ਰਚਨਾ ਹੈ ਨਾ ਸ੍ਰਿਸ਼ਟੀ ਦੀ, ਪ੍ਰਮਾਤਮਾ ਨੇ ਆਪਣੀ ਕਲਾ ਕਰਕੇ, ਆਪਣੀ ਸ਼ਕਤੀ ਤੋਂ ਇਹ ਸਾਰੀ ਧਾਰਨ ਕੀਤੀ ਹੈ। ਜਿੰਨੀ ਵੀ ਰਚਨਾ ਰਚੀ ਹੈ, ਸਭ ਦੇ ਅੰਦਰ ਪ੍ਰਮਾਤਮਾ ਨੇ ਆਪਣੀ ਸ਼ਕਤੀ ਪਾਈ ਹੈ। ਪ੍ਰਮਾਤਮਾ ਦੀ ਚੇਤਨ ਸੱਤਾ ਰੂਪ ਵਾਹਿਗੁਰੂ ਦੀ ਸ਼ਕਤੀ ਵਰਤ ਰਹੀ ਹੈ। ਤਾਂ ਹੀ ਜੀਵਾਂ ਦਾ ਜਨਮ ਹੋ ਰਿਹਾ ਹੈ। ਜੀਵਨ ਨਿਰਬਾਹ ਕਰਦੇ ਫਿਰ ਮੌਤ ਹੁੰਦੀ ਹੈ, ਫਿਰ ਵਾਸ਼ਨਾ ਦੇ ਬੱਝੀ ਹੋਏ ਜਨਮ ਧਾਰਨ ਕਰਦੇ ਦੇ ਵਿੱਚ ਕੋਈ ਸ਼ਕਤੀ ਵਰਤ ਰਹੀ ਹੈ। ਨਹੀਂ ਤੇ ਸਾਧ ਸੰਗਤ ਜੀ, ਕਿੰਨਾ ਕੋਮਲ ਜਿਹਾ ਸਰੀਰ ਹੁੰਦਾ ਹੈ ਮਾਤਾ ਦੇ ਗਰਭ ਦੇ ਵਿੱਚ ਜੀਵ ਦਾ, ਜਦੋਂ ਜਨਮ ਨਹੀਂ ਅਜੇ ਹੋਇਆ ਹੁੰਦਾ। ਤੇ ਜਠਰਾ ਅਗਨੀ ਤੋਂ ਸੇਕ ਲੱਗਣ ਤੋਂ ਪ੍ਰਮਾਤਮਾ ਦੀ ਸ਼ਕਤੀ ਬਚਾ ਕੇ ਰੱਖਦੀ ਹੈ ਨਾ, ਹੋਰ ਕੌਣ ਬਚਾਉਂਦਾ ਹੈ? ਔਰ ਇਸ ਪ੍ਰਕਾਰ ਭਾਵੇਂ ਰੋੜਾਂ ਵਰਗੇ ਸਖਤ ਪਦਾਰਥ ਖਾਦੇ ਹੋਏ ਉਹ ਸਾਧ ਸੰਗਤ ਜੀ ਜਠਰਾ ਅਗਨੀ ਭਸਮ ਕਰ ਦਿੰਦੇ ਹੈ, ਪਰ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਮ ਦੀ ਦਾਤ, ਪਰਮੇਸ਼ਰ ਦਾ ਸਿਮਰਨ ਉਹ ਬਚਾ ਕਰਕੇ ਰੱਖਣਾ ਕਰਦਾ ਹੈ। ਐਸੀ ਮਹਾਨ ਵਾਹਿਗੁਰੂ ਦੇ ਨਾਮ ਦੀ ਸ਼ਕਤੀ ਹੈ। ਅਨੇਕ ਬਾਰ ਨਾਨਕ ਬਲਿਹਾਰੀ। ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਇਸ ਕਰਕੇ ਅਨੇਕਾਂ ਵਾਰ ਮਹਾਰਾਜ ਜੀ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਇੱਕ ਵਾਰ ਨਹੀਂ, ਬਾਰ-ਬਾਰ ਸਾਨੂੰ ਬਲਿਹਾਰ ਜਾਣਾ ਚਾਹੀਦਾ ਹੈ। ਬਾਰ-ਬਾਰ ਘੁੰਮਵਾਰ ਨਹੀਂ ਸਾਨੂੰ ਜਾਣਾ ਚਾਹੀਦਾ ਹੈ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਅਸੀਂ ਕੁਰਬਾਨ ਜਾਂਦੇ ਹਾਂ। ਜਿਸ ਪ੍ਰਮਾਤਮਾ ਦੀ ਸ਼ਕਤੀ ਕਰਕੇ ਸਾਰੀ ਸ੍ਰਿਸ਼ਟੀ ਦਾ ਆਕਾਰ ਬਣਿਆ ਹੈ, ਜੀਵਾਂ ਦੀ ਪਰਵਰਿਸ਼ ਹੋ ਰਹੀ ਹੈ, ਇਸ ਸ੍ਰਿਸ਼ਟੀ ਵਿੱਚ ਜੀਵਾਂ ਦਾ ਜਨਮ ਹੋ ਰਿਹਾ, ਜੀਵਨ ਨਿਰਬਾਹ ਕਰ ਰਹੇ ਹੈ, ਉਸ ਪ੍ਰਮਾਤਮਾ ਤੋਂ ਇਹ ਜੀਵ ਸਾਨੂੰ ਕੁਰਬਾਨ ਜਾਣਾ ਚਾਹੀਦਾ ਹੈ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੇ ਸਾਹਿਬ ਸਿਓ ਮੇਲ। ਰਚ ਰਚਨਾ ਆਪਣੀ ਕਲ ਧਾਰੀ। ਅਨੇਕ ਬਾਰ ਨਾਨਕ ਬਲਿਹਾਰੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।